जे सारा दा टारगेट एक है पंजाब दा भला, पंजाब दे लोकां दा भला, तो फिर एक क्यों नहीं होंदे? मैं जे पंजाब वास्ते कुछ करना चाहना है, मेरा कोई अहंकार नहीं, क्योंकि साडा टारगेट कॉमन है। तो जो सारे ही बंदे ये कह रहे हैं बार बार कि असीं पंजाब दा भला चाहुंदे, और काफ़ी लोग उन्हां दे नाल भी है, उन्हां दी इज्जत भी करते है, फिर वो एक क्यों नहीं होंदे? यानी जिन्हां दी सरकार है उन्हां दे सरपंच दी भी सुनवाई हुंदी है, तो जिन्हां दी सरकार नहीं है उन्हां दे MLA नूं कोई नहीं पुछदा। इन्हां दे विच योग्यता है, ये चंगे बुलारे है, इन्हां दे विच जुरत है, ये पंजाब दा भला चाहुंदे है। तो जे फिर भी वो इकट्ठे नहीं हो रहे, ਇਹਦਾ मतलब की है? तुसी मेहनत करते हो, इलैक्शन लड़ते हो, जित भी जाने हो, पर थोड़ी सरकार नहीं बनती। किते थोड़ियां पग्गां लै रही हैं, किते थोड़े डंडे पै रहे हैं, किते थोड़े पानी की बौछार की जा रही है, गंदे पानी की। तुसी धक्के खाते तुरे फिरते हो। CM तो किसी एक नहीं बनना है, सारे तो CM नहीं बन सकते। ਉਹਦਾ कोई मापदंड, ਉਹਦਾ कोई तरीका हो सकता है, क्योंकि जो सारे ਨੂੰ लगता है कि ਆਪਾਂ ਤਾਂ भाई CM ही बनना है, तो मेरा ख्याल है फिर सिर्फ MLA ही रह जाना है। ਇਹਦਾ मतलब ਉਹ ਆਪਦੀ ਆਕੜ ਨੂੰ, ਆਪਦੇ ਰੰਗੜਾਊ ਨੂੰ, ਆਪਦੇ ਅਹੰਕਾਰ ਨੂੰ, ਆਪਦੇ ਸੈਲਫ ਰਿਸਪੈਕਟ ਕਹਿ ਲਓ, ਉਹਨੂੰ ਸਵਾਭਿਮਾਨ ਨੂੰ ਪੰਜਾਬ ਨਾਲੋਂ ਵੀ ਜ਼ਿਆਦਾ ਤਰਜੀਹ ਦਿੰਦੇ ਆ, ਅਹਿਮੀਅਤ ਦਿੰਦੇ ਆ। ਇਹਦਾ ਹੋਰ ਕੋਈ ਮਤਲਬ ਨਹੀਂ ਨਿਕਲਦਾ। ਜੇ ਉਹ ਸਾਡੇ ਕਰਪਟ, ਬੇਈਮਾਨ, ਗੈਰ ਜ਼ਿੰਮੇਦਾਰ, ਵਾਅਦਾ ਖਿਲਾਫ ਲੀਡਰ ਪੰਜਾਬ ਦੀ ਬਰਬਾਦੀ ਵਾਸਤੇ ਜ਼ਿੰਮੇਦਾਰ ਹੈ, ਤੇ ਮਾਫ ਕਰਨਾ, ਸਾਡੇ ਇਹ ਜਿਹੜੇ ਸੱਜਣ ਹੈਗੇ ਆ, ਜਿਹੜੇ ਇੱਕ ਦੂਜੇ ਨਾਲ ਇਕੱਠੇ ਨਹੀਂ ਹੁੰਦੇਗੇ, ਜਿਹੜੇ ਇਕੱਲੇ ਹੀ ਆਪਦਾ ਆਵਾਜ਼ਾਂ ਵਜਾਈ ਜਾਂਦੇ, ਆਪਦੀ ਢਪਲੀ ਵਜਾਈ ਜਾਂਦੇ ਹੈਗੇ ਆ, ਇਹ ਪੰਜਾਬ ਦੀ ਬਰਬਾਦੀ ਦੇ ਵਾਸਤੇ ਇਹ ਵੀ ਜ਼ਿੰਮੇਦਾਰ ਹੋਣਗੇ। कभी कभी किसी बड़ी बुराई को मारने के लिए छोटी बुराई की मदद लेनी पड़ती है। ਤੇ ਜਦੋਂ ਇਹ ਸਥਿਤੀ ਆਪਾਂ ਸਾਰੇ ਜਾਣਦੇ ਹਾਂ, ਤੇ ਫਿਰ ਆਪਾਂ ਕਿਸ ਗੱਲ ਦੀ ਕਰਕੇ, ਕੀ ਕਾਰਨ ਹੈ ਕਿ ਤੁਸੀਂ ਇਕੱਠੇ ਨਹੀਂ ਹੁੰਦੇ? ਤੁਸੀਂ ਇਹ ਵੇਖੋ ਕਿ ਮੁਲਾਇਮ ਸਿੰਘ ਤੇ ਮਾਇਆਵਤੀ ਇਕੱਠੇ ਹੋ ਗਏ। ਮੁਲਾਇਮ ਸਿੰਘ ਹੋਰਾਂ ਨੇ ਮਾਇਆਵਤੀ ਨਾਲ ਕੀ ਕੁਝ ਕੀਤਾ ਸੀ, ਉਹ ਇਕੱਠੇ ਹੋ ਗਏ। ਲੋੜ ਹੈ। ਤੁਸੀਂ ਇਹ ਵੇਖੋ ਕਿ ਨੀਤੀਸ਼ ਕੁਮਾਰ ਤੇ ਲਾਲੂ ਯਾਦਵ ਇਕੱਠੇ ਹੋ ਗਏ, ਫਿਰ ਉਹ ਅੱਡ ਹੋ ਗਏ, ਉਸ ਤੋਂ ਬਾਅਦ ਉਹ BJP ਨਾਲ ਆ ਗਏ। ਤੁਸੀਂ ਇਹ ਵੇਖੋ ਕਿ ਮਹਾਰਾਸ਼ਟਰ ਦੇ ਵਿੱਚ शिव सेना ते कांग्रेस इकट्ठे हो गए। ਜਿਹੜੇ मैं ਭਖਦੇ ਸਵਾਲਾਂ ਦੀ ਗੱਲ ਕਰਦਾ ਹੈਗਾ ਕਿ ਜੇ ਸਾਡੇ ਇਹ ਲੀਡਰ ਇਕੱਠੇ ਨਹੀਂ ਹੁੰਦੇ, ਜੋ ਵੀ ਉਹਨਾਂ ਦੇ ਲੌਜਿਕ ਹੋਣ, ਰੀਜ਼ਨ ਹੋਣ, ਫਿਰ ਉਹ ਵੀ ਕਿਤੇ ਨਾ ਕਿਤੇ ਦੋਸ਼ੀ करार ਦਿੱਤੇ ਜਾਣਗੇ ਪੰਜਾਬ ਦੀ बर्बादी वास्ते। मंगल ढिल्लोन चैनल, एक ऐसा चैनल जो आपका जीवन बदल सकता है, जैसे अब तक बहुतों का जीवन बदल चुका है। मंगल ढिल्लोन चैनल। नमस्कार, आदाब, सत श्री अकाल। दोस्तों, ਅੱਜ मैं साडे ਜਿਹੜੇ ਖਿੰਡੇ ਹੋਏ ਲੀਡਰਸ ਹੈ ਜਾਂ ਕੁਝ ਧੜੇ ਹੈ, ਉਹਨਾਂ ਤੋਂ ਕੁਝ ਭਖਦੇ, ਕੁਝ ਦੁਖਦੇ ਹੋਏ ਸਵਾਲ ਪੁੱਛਣਾ ਚਾਹੁੰਦਾ ਹਾਂ। ਮੈਂ ਬਹੁਤ ਦੇਰ ਤੋਂ ਫਿਲਮ ਇੰਡਸਟਰੀ 'ਚ ਰਿਹਾ, ਬੰਬੇ ਕੰਮ ਕੀਤਾ। ਪੰਜਾਬ ਨਾਲ ਮੇਰਾ ਰਿਸ਼ਤਾ ਹੈ, ਮੇਰੀ ਪੈਦਾਇਸ਼ ਇੱਥੇ ਹੋਈ ਹੈ, ਮੇਰੀ ਮਾਤਰ-ਭੂਮੀ ਹੈ, ਜਨਮ ਭੂਮੀ ਹੈ। ਸਿਆਸਤ ਦੇ ਵਿੱਚ ਕਦੇ ਇੰਟਰਸਟ ਨਹੀਂ ਲਿਆ। ਨੋਰਮਲੀ ਜੇ ਕਿਤੇ ਆਫਰ ਵੀ ਆਈ ਤੇ ਇਹ ਕਹਿ ਕੇ ਟਾਲ ਦਿੱਤਾ ਕਿ ਇਟਸ ਨਾਟ ਮਾਈ ਕੱਪ ਆਫ ਟੀ, ਸਾਡੇ ਵੱਸ ਦੀ ਗੱਲ ਨਹੀਂ। ਜ਼ਿਆਦਾਤਰ ਕਲਾਕਾਰਾਂ ਦਾ ਇਹੀ ਹਾਲ ਰਿਹਾ। ਕੁਛ ਇੱਕ ਨੇ ਸਿਆਸਤ ਦੇ ਵਿੱਚ ਦਖਲ ਦਿੱਤਾ ਵੀ, ਤੇ ਬਾਅਦ ਦੇ ਵਿੱਚ ਜੋ ਵੀ ਹੋਇਆ ਉਹ ਆਪਾਂ ਸਾਰੇ ਜਾਣਦੇ ਹਾਂ। ਉਹਨਾਂ ਤੋਂ ਲੋਕ ਕਿੰਨੇ ਸੈਟਿਸਫਾਈਡ ਹੈ, ਉਹਨਾਂ ਨੇ ਕਿੰਨਾ ਕੰਮ ਕੀਤਾ, ਇਹ ਆਪਾਂ ਸਾਰੇ ਜਾਣਦੇ ਹਾਂ। ਪਰ ਜਿਹੜੇ ਸਾਡੇ ਕੁਛ ਧੜੇ ਹੈ, ਆਡੋ ਅੱਡੀ ਧੜੇ, ਕੁਛ ਖਿੰਡੇ ਹੋਏ ਲੀਡਰਸ ਹੈ, ਉਹ ਇੰਡੀਵਿਜੂਅਲੀ ਤਾਂ ਬੜੇ ਕੈਪੇਬਲ ਹੈ। ਉਹਨਾਂ ਦੀ ਤੁਸੀਂ ਗੱਲਾਂ ਸੁਣੋ, ਉਹਨਾਂ ਦੇ ਕੰਮ ਵੇਖੋ, ਤੇ ਤੁਸੀਂ ਉਹਨਾਂ ਦੀ ਤਾਰੀਫ ਕਰੇ ਬਿਨਾਂ ਨਹੀਂ ਰਹਿ ਸਕਦੇ ਕਿ ਵਾਕਈ ਵੀ ਕਮਾਲ ਹੈ। ਜਿਵੇਂ ਮਿਸਾਲ ਦੇ ਤੌਰ 'ਤੇ ਬੈਂਸ ਬ੍ਰਦਰਸ ਕਾਫੀ ਮਿਹਨਤ ਕਰਦੇ ਰਹਿੰਦੇ ਹੈਗੇ ਆ, ਰਿਸ਼ਵਤਖੋਰਾਂ ਨੂੰ ਜਾ ਕੇ ਫੜਦੇ ਹੈ। ਪਰ ਮੈਂ ਅਕਸਰ ਇਹ ਵੇਖਿਆ ਉਹਨਾਂ ਦੀ ਵੀਡੀਓਜ਼ ਦੇ ਵਿੱਚ ਕਿ ਜਿਹੜਾ ਕਰਪਟ ਬੰਦਾ ਹੁੰਦਾ ਹੈਗਾ, ਉਹ ਬਦਤਮੀਜ਼ੀ ਨਾਲ ਗੱਲ ਕਰਦਾ ਹੈਗਾ, ਉਹ ਕੋਈ ਇੰਨਾ ਡਰਿਆ ਨਹੀਂ ਹੁੰਦਾ ਗਾ। ਉਹਦੇ ਅੱਗੋਂ ਜਵਾਬ ਸੁਣ ਕੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਕਰਪਸ਼ਨ ਦਾ ਹਾਲ ਇਹ ਹੋ ਗਿਆ ਕਿਉਂਕਿ ਉਹਨਾਂ ਦਾ ਕੋਈ ਨਾ ਕੋਈ ਅੱਗੇ ਮਾਈ ਬਾਪ ਉੱਤੇ ਬੈਠਾ ਹੁੰਦਾ ਹੈਗਾ। ਜੋ ਵੀ ਥੱਲੇ ਕਰਪਸ਼ਨ ਕਰਦਾ, ਉਹਦਾ ਕੋਈ ਨਾ ਕੋਈ ਮਾਈ ਬਾਪ ਉੱਤੇ ਬੈਠਾ ਹੁੰਦਾ ਹੈਗਾ, ਤੇ ਉਹ ਧੜੱਲੇ ਨਾਲ ਕਰਪਸ਼ਨ ਕਰਦਾ ਹੈਗਾ, ਭ੍ਰਿਸ਼ਟਾਚਾਰ ਕਰਦਾ, ਰਿਸ਼ਵਤਖੋਰੀ ਕਰਦਾ। ਹੁਣ ਉਹ ਦੋਨੇ ਭਰਾ, ਉਹਨਾਂ ਦੀ ਜਿਹੜੀ ਪਾਰਟੀ ਹੈ, ਉਹ ਕੋਸ਼ਿਸ਼ ਕਰਦੇ ਰਹਿੰਦੇ ਆ। ਦੂਜੇ ਪਾਸੇ ਸੁਖਪਾਲ ਖਹਿਰਾ ਜੀ ਨੇ, ਇਹ ਆਪਣੇ ਲੈਵਲ 'ਤੇ ਕੋਸ਼ਿਸ਼ ਕਰਦੇ ਰਹਿੰਦੇ ਹੈਗੇ ਆ, ਬੋਲਦੇ ਰਹਿੰਦੇ ਹੈਗੇ ਆ,
ਬੇਬਾਕੀ ਨਾਲ ਬੋਲਦੇ ਹੈ। ਕਾਫੀ ਪਹਿਲਾਂ ਤੋਂ ਜਦੋਂ ਅਕਾਲੀਆਂ ਦੇ ਖਿਲਾਫ ਬੋਲਦੇ ਸੀ, ਜਾਂ ਉੱਥੇ ਸੁਖ ਵਿਲਾਸ ਉਹਨਾਂ ਨੇ ਬਣਾਇਆ ਹੋਟਲ, ਉਹਦੇ ਬਾਰੇ ਬੋਲਦੇ ਸੀ, ਜਿਹੜੀ ਸੜਕ ਉਹਦੇ ਬਾਰੇ ਬੋਲਦੇ ਸੀ। ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਆਏ, ਆਮ ਆਦਮੀ ਪਾਰਟੀ ਤੋਂ ਫਿਰ ਬਾਹਰ ਆ ਗਏ, ਮਤਭੇਦ ਹੋ ਗਿਆ। ਇਸੇ ਤਰ੍ਹਾਂ ਮਿਸਟਰ ਨਵਜੋਤ ਸਿੰਘ ਸਿੱਧੂ ਬੀਜੇਪੀ ਤੋਂ ਬਾਹਰ ਆਏ, ਕੁਝ ਪਲਾਨ ਕੀਤਾ, ਕੁਝ ਸੰਭਾਵਨਾ ਸੀ, ਕਿਸੇ ਨੇ ਧੋਖਾ ਦੇਤਾ, ਗੜਬੜ ਹੋ ਗਈ, ਕਾਂਗਰਸ 'ਚ ਆ ਗਏ। ਕਾਂਗਰਸ ਦੇ ਵਿੱਚ ਵੀ ਮਤਭੇਦ ਚੱਲਦਾ ਰਿਹਾ। ਫਿਰ ਉਹਨਾਂ ਨੂੰ ਜਿਹੜਾ ਪੋਰਟਫੋਲੀਓ ਦਿੱਤਾ ਸੀ ਪਸੰਦ ਨਹੀਂ ਆਇਆ ਤੇ ਉਹ ਘਰੇ ਬੈਠ ਗਏ। ਉਹਨਾਂ ਨੇ ਥੋੜ੍ਹਾ ਬਹੁਤ ਆਪਣੇ ਲੈਵਲ 'ਤੇ ਜਾਰੀ ਰੱਖਿਆ, ਕੰਮ ਕੀਤਾ। ਹਾਲਾਂਕਿ ਜਿਹੜਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈਗਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ, ਕਿਉਂਕਿ ਮੈਂ ਅਕਸਰ ਇਹ ਕਹਿੰਦਾ ਹੁੰਦਾ ਸੀ ਕਿ ਜੇ ਇਮਰਾਨ ਖਾਨ ਦੀ ਥਾਂ 'ਤੇ ਕੋਈ ਪੋਲੀਟੀਸ਼ੀਅਨ ਹੁੰਦਾ ਤੇ ਇੱਧਰ ਨਵਜੋਤ ਹੋਰੀ ਉਹਨਾਂ ਦੇ ਮਿੱਤਰ ਨਾ ਹੁੰਦੇ ਕ੍ਰਿਕਟ ਦੇ ਕਰਕੇ, ਤੇ ਕਰਤਾਰਪੁਰ ਲਾਂਘਾ ਨਹੀਂ ਮਿਲਣਾ ਸੀ। ਕਿਉਂਕਿ ਪੋਲੀਟੀਸ਼ੀਅਨ ਨੇ ਵੱਖਰੇ ਢੰਗ ਨਾਲ ਸੋਚਣਾ ਹੈਗਾ। ਜਿੰਨੇ ਵੀ ਆਪਣੇ ਪੋਲੀਟੀਸ਼ੀਅਨ ਪਹਿਲਾਂ ਹੋਏ ਹੈ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਬਹੁਤ ਦੇਰ ਤੋਂ ਗੱਲ ਚੱਲ ਰਹੀ ਹੈ, ਉਹ ਸੰਭਵ ਨਹੀਂ ਹੋ ਸਕਿਆ ਕਿਉਂਕਿ ਪੋਲੀਟੀਸ਼ੀਅਨ ਦਾ ਸੋਚਣ ਦਾ ਢੰਗ ਹੀ ਵੱਖਰਾ ਹੈ। ਖੈਰ, ਹੁਣ ਮੈਂ ਜਿਹੜੇ ਭਖਦੇ ਧੁਖਦੇ ਸਵਾਲਾਂ ਦੀ ਗੱਲ ਕਰਦਾ ਹੈਗਾ, ਇਹ ਸਾਰੇ ਉੱਥੇ ਗਾਂਧੀ ਜੀ ਨੇ ਪਟਿਆਲੇ, ਇਸ ਤਰ੍ਹਾਂ ਕੁਝ ਹੋਰ ਲੀਡਰਸ ਵੀ ਹੋਣਗੇ, ਕੁਝ ਹੋਰ ਧੜੇ ਵੀ ਹੋਣਗੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ, ਕਿਸੇ ਵੀ ਤਰੀਕੇ ਨਾਲ ਉਹ ਚਾਹੁੰਦੇ ਕਿ ਪੰਜਾਬ ਦਾ ਭਲਾ ਹੋਵੇ। ਸਾਡੀ ਮਿੱਟੀ ਹੈ, ਸਾਡੇ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ, ਨਸ਼ਾ ਨੇ ਕਾਣ ਕਰਤਾ। 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਦਿੱਲੀ ਦੇ ਵਿੱਚ ਸਾਡੇ ਜਿਹੜਾ ਕਤਲੇਆਮ ਹੋਇਆ ਸਿੱਖਾਂ ਦਾ, ਪਾਣੀਆਂ ਦਾ ਮਸਲਾ ਹੈਗਾ, ਬਿਜਲੀ ਦਾ ਮਸਲਾ ਹੈਗਾ। ਬਿਜਲੀ ਬਹੁਤ ਮਹਿੰਗੀ ਹੈ, ਸਾਰੇ ਹਿੰਦੁਸਤਾਨ ਨਾਲੋਂ ਬਿਜਲੀ ਮਹਿੰਗੀ ਹੈ। ਸਾਡੀ ਨੇਬਰਿੰਗ ਸਟੇਟ ਹੈ, ਹਰਿਆਣੇ ਨਾਲੋਂ ਮਹਿੰਗੀ ਹੈਗੀ ਹੈ। ਮਤਲਬ ਹਰ ਪੱਖੋਂ ਜੇ ਤੁਸੀਂ ਵੇਖੋ, ਕਿਸਾਨ ਆਤਮ ਹੱਤਿਆ ਕਰੀ ਜਾਂਦੇ ਹੈਗੇ ਹੈ, ਬੁਰਾ ਹਾਲ ਹੈ। ਬਿਜਲੀ ਮਹਿਕਮੇ ਦੇ ਕੋਲ ਇੰਪਲੋਈਜ਼ ਹੀ ਨਹੀਂਗੇ, ਉਹ ਬਾਹਰਲੇ ਲੋਕਾਂ ਨੂੰ ਸੱਦ ਕੇ ਕੰਮ ਕਰਾਉਂਦੇ ਆ। ਯਾਨੀ ਵੈਰੀ ਬੈਡ ਸਿਚੁਏਸ਼ਨ। ਹੁਣ ਇਹ ਜਿਹੜੇ ਸਾਡੇ ਵੱਖੋ ਵੱਖਰੇ ਧੜੇ ਵਾਲੇ ਬੰਦੇ ਹੈਗੇ ਹੈ, ਜਿਹੜੇ ਸਾਡੇ ਲੀਡਰ ਸਾਹਿਬਾਨ ਹੈਗੇ ਹੈ, ਜਿਹੜੇ ਮੈਂ 3-4 ਦਾ ਜ਼ਿਕਰ ਕੀਤਾ, ਗਾਂਧੀ ਜੀ ਪਟਿਆਲੇ, ਹੋਰ ਕੁਝ ਸੱਜਣ ਹੋਣਗੇ ਜਿਹੜੇ ਆਪਦੇ ਲੈਵਲ ਤੇ ਕੰਮ ਕਰਦੇ ਆ। ਆਮ ਸੌਰੀ ਇਫ ਆਮ ਨਾਟ ਏਬਲ ਟੂ ਰਿਮੈਂਬਰ ਦੇਅਰ ਨੇਮ ਨਾਓ। ਜੇ ਸਾਰਾ ਦਾ ਟਾਰਗੇਟ ਇੱਕ ਹੈ, ਪੰਜਾਬ ਦਾ ਭਲਾ, ਪੰਜਾਬ ਦੇ ਲੋਕਾਂ ਦਾ ਭਲਾ, ਤੇ ਫਿਰ ਇੱਕ ਕਿਉਂ ਨਹੀਂ ਹੁੰਦੇ? ਕੀ ਕਾਰਨ ਹੈ? ਜਦੋਂ ਟਾਰਗੇਟ ਹੀ ਇੱਕ ਹੋ ਗਿਆ, ਜਦੋਂ ਮਕਸਦ ਹੀ ਪੰਜਾਬ ਦਾ ਭਲਾ ਹੈ, ਪੰਜਾਬ ਦੇ ਲੋਕਾਂ ਦੇ ਹੱਕ ਦਿਵਾਉਣੇ ਹੈ, ਪੰਜਾਬ ਦੇ ਵਿੱਚ ਜੋ ਲੋਕਾਂ ਨਾਲ ਜ਼ਿਆਦਤੀਆਂ ਹੋਈਆਂ ਉਹਨਾਂ ਨੂੰ ਇਨਸਾਫ ਦਿਵਾਉਣਾ ਹੈ, ਕਰਪਸ਼ਨ ਖਤਮ ਕਰਨੀ ਹੈ, ਕਿਸਾਨਾਂ ਦਾ ਭਲਾ ਕਰਨਾ, ਰੁਜ਼ਗਾਰ ਦੇਣਾ ਹੈ, ਯਾਨੀ ਨੇਕ ਨੀਅਤ ਹੈ, ਪੰਜਾਬ ਦੇ ਭਲੇ ਵਾਸਤੇ ਹੈ, ਤੇ ਫਿਰ ਉਹਨਾਂ ਦਾ ਆਪ ਦਾ ਜਿਹੜਾ ਨਿੱਜੀ ਅਹਿਮ ਕਹਿ ਲਓ, ਉਹਨੂੰ ਸਵਾਭਿਮਾਨ ਕਹਿ ਲਓ, ਅਹੰਕਾਰ ਕਹਿ ਲਓ, ਈਗੋ ਕਹਿ ਲਓ, ਆਈ ਡੋਂਟ ਨੋ, ਉਹ ਕਿਵੇਂ ਆ ਜਾਂਦਾ ਵਿੱਚ? ਮੈਂ ਜੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਹੈ, ਮੇਰਾ ਕੋਈ ਅਹੰਕਾਰ ਨਹੀਂ, ਕਿਉਂਕਿ ਸਾਡਾ ਟਾਰਗੇਟ ਕਾਮਨ ਹੈ। ਤਰੀਕੇ ਵੱਖਰੇ ਹੋ ਸਕਦੇ ਹੈ, ਤੇ ਜਦੋਂ ਸਾਰੇ ਹੀ ਬੰਦੇ ਇਹ ਕਹਿ ਰਹੇ ਆ ਬਾਰ-ਬਾਰ ਕਿ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਔਰ ਕਾਫੀ ਲੋਕ ਉਹਨਾਂ ਦੇ ਨਾਲ ਵੀ ਹੈ, ਉਹਨਾਂ ਦੀ ਇੱਜ਼ਤ ਵੀ ਕਰਦੇ ਹੈਗੇ ਹੈ, ਫਿਰ ਉਹ ਇੱਕ ਕਿਉਂ ਨਹੀਂ ਹੁੰਦੇ? ਮੈਂ ਇਹ ਚੀਜ਼ ਨੂੰ ਥੋੜਾ ਜਿਹਾ ਵੱਖਰੇ ਢੰਗ ਨਾਲ, ਤਾਂ ਕਿ ਬਹੁਤ ਕਲੀਅਰ ਪਿਕਚਰ ਸਾਹਮਣੇ ਆਵੇ। ਜੇ ਕਿਸੇ ਦੀ ਸਰਕਾਰ ਹੈ, ਤੇ ਮੈਂ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਉਹਦਾ ਸਰਪੰਚ ਵੀ ਮਾਨ ਨਹੀਂ, ਯਾਨੀ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦੇ ਸਰਪੰਚ ਦੀ ਵੀ ਸੁਣਵਾਈ ਹੁੰਦੀ ਹੈ, ਤੇ ਜਿਨ੍ਹਾਂ ਦੀ ਸਰਕਾਰ ਨਹੀਂ ਹੈ ਉਹਨਾਂ ਦੇ ਐਮਐਲਏ ਨੂੰ ਕੋਈ ਨਹੀਂ ਪੁੱਛਦਾ। ਔਰ ਅਕਸਰ ਲੋਕਾਂ ਨੂੰ ਮੈਂ ਵੇਖਿਆ ਗਿਆ ਕਿ ਉਹ ਕੋਸ਼ਿਸ਼ ਕਰਦੇ ਕਿ ਜਿੱਥੇ ਬਾਹਲੀ ਭੀੜ ਵੇਖਦੇ ਆ, ਸੋਚਦੇ ਚਲੋ ਇਹਨਾਂ ਨੂੰ ਵੋਟ ਪਾ ਦਈਏ ਆਪਾਂ, ਕਿਉਂਕਿ ਆਪਣੀ ਵੋਟ ਬੇਕਾਰ ਨਾ ਹੋ ਜੇ। ਜਦੋਂ ਕਿ ਵੋਟ ਇਮਾਨਦਾਰ ਬੰਦੇ ਨੂੰ ਪਾਉਣੀ ਚਾਹੀਦੀ ਹੈਗੀ ਹੈ, ਬੇਈਮਾਨ ਨੂੰ ਨਹੀਂ ਪਾਉਣੀ ਚਾਹੀਦੀ, ਵਾਅਦਾ ਖਿਲਾਫ ਨੂੰ ਨਹੀਂ ਪਾਉਣੀ ਚਾਹੀਦੀ। ਜਿਹਨੇ 73 ਸਾਲ ਤੋਂ ਵਾਅਦੇ ਕਰਦੇ ਫਿਰਦੇ, ਕੋਈ ਕੰਮ ਕਰਦੇ ਹੀ ਨਹੀਂ ਗਏ। 20-25% ਕੰਮ ਕੀਤਾ ਹੋਊਗਾ, ਉਹ ਤਾਂ ਥੋੜਾ ਬਹੁਤਾ ਮੂੰਹ ਤਾਂ ਵਿਖਾਉਣਾ ਹੀ ਹੈ ਨਾ। ਸੈਂਟਰ ਤੋਂ ਗ੍ਰਾਂਟ ਆ ਗਈ, ਕੁਝ ਪੈਸੇ ਆ ਗਏ, ਕੋਈ ਯੋਜਨਾ ਆ ਗਈ, ਉਹ ਕਰਨਾ ਸ਼ੁਰੂ ਕਰਤਾ। ਖੈਰ, ਹੁਣ ਤੁਸੀਂ ਇਹ ਵੇਖੋ ਕਿ ਜੇ ਇਹ ਬੰਦੇ ਇਕੱਠੇ ਹੋ ਜਾਣ, ਬਹੁਤ ਸਾਰੇ ਪੰਜਾਬ ਦੇ ਲੋਕ ਇਹ ਚਾਹੁੰਦੇ ਹੈ ਕਿ ਇਕੱਠੇ ਹੋ ਜਾਣ, ਇਹਨਾਂ ਦੇ ਵਿੱਚ ਯੋਗਤਾ ਹੈ, ਇਹ ਚੰਗੇ ਬੁਲਾਰੇ ਹੈ, ਇਹਨਾਂ ਦੇ ਵਿੱਚ ਜੁਰਤ ਹੈ, ਇਹ ਪੰਜਾਬ ਦਾ ਭਲਾ ਚਾਹੁੰਦੇ ਹੈ, ਤੇ ਜੇ ਫਿਰ ਵੀ ਉਹ ਇਕੱਠੇ ਨਹੀਂ ਹੋ ਰਹੇ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਉਹ ਆਪਦੀ ਆਕੜ ਨੂੰ, ਆਪਦੇ ਰੰਗੜਾਊ ਨੂੰ, ਆਪਦੇ ਅਹੰਕਾਰ ਨੂੰ, ਆਪਦੇ ਸੈਲਫ ਰਿਸਪੈਕਟ ਕਹਿ ਲਓ, ਉਹਨੂੰ, ਸਵਾਭਿਮਾਨ ਨੂੰ ਪੰਜਾਬ ਨਾਲੋਂ ਵੀ ਜ਼ਿਆਦਾ ਤਰਜੀਹ ਦਿੰਦੇ ਆ, ਅਹਿਮੀਅਤ ਦਿੰਦੇ ਆ। ਇਹਦਾ ਹੋਰ ਕੋਈ ਮਤਲਬ ਨਹੀਂ ਨਿਕਲਦਾ। ਨਹੀਂ ਤਾਂ ਸਿਆਸਤ ਦਾ ਨਾਂ ਹੀ ਕੰਪਰੋਮਾਈਜ਼ ਹੈ, ਸਮਝੌਤਾ ਹੈ। ਐਡੀ ਕਿੱਡੀ ਗੱਲ ਹੈਗੀ ਹੈ।
ਤੁਸੀਂ ਮਿਹਨਤ ਕਰਦੇ ਹੋ, ਇਲੈਕਸ਼ਨ ਲੜਦੇ ਹੋ, ਜਿੱਤ ਵੀ ਜਾਂਦੇ ਹੋ, ਪਰ ਤੁਹਾਡੀ ਸਰਕਾਰ ਨਹੀਂ ਬਣਦੀ। ਜੋ ਤੁਹਾਡੀ ਸਰਕਾਰ ਨਹੀਂ ਬਣਦੀ, ਤੁਸੀਂ ਕਿਤੇ ਧਰਨਾ ਦੇ ਰਹੇ ਹੋ, ਕਿਤੇ ਤੁਹਾਡੀਆਂ ਪੱਗਾਂ ਲੈ ਰਹੀਆਂ, ਕਿਤੇ ਤੁਹਾਡੇ ਡੰਡੇ ਪੈ ਰਹੇ ਆ, ਕਿ ਤੁਹਾਡੇ ਪਾਣੀ ਦੀ ਬੌਛਾਰ ਕੀਤੀ ਜਾ ਰਹੀ ਹੈ, ਗੰਦੇ ਪਾਣੀ ਦੀ, ਤੁਸੀਂ ਧੱਕੇ ਖਾਂਦੇ ਤੁਰੇ ਫਿਰਦੇ ਹੋ। ਸੀਐਮ ਤਾਂ ਕਿਸੇ ਇੱਕ ਨਹੀਂ ਬਣਨਾ, ਸਾਰੇ ਤਾਂ ਸੀਐਮ ਨਹੀਂ ਬਣ ਸਕਦੇ। ਉਹਦਾ ਕੋਈ ਮਾਪਦੰਡ, ਉਹਦਾ ਕੋਈ ਤਰੀਕਾ ਹੋ ਸਕਦਾ ਹੈਗਾ, ਕਿਉਂਕਿ ਜੇ ਸਾਰਿਆਂ ਨੂੰ ਲੱਗਦਾ ਹੈ ਕਿ ਆਪਾਂ ਤਾਂ ਭਾਈ ਸੀਐਮ ਹੀ ਬਣਨਾ ਹੈ, ਤੇ ਮੇਰਾ ਖਿਆਲ ਹੈ ਫਿਰ ਸਿਰਫ ਐਮਐਲਏ ਹੀ ਰਹਿ ਜਾਣਾ ਹੈ, ਔਰ ਸੁਣਨੀ ਕਿਸੇ ਨੇ ਤੁਹਾਡੀ ਹੈ ਨਹੀਂ। ਤੁਸੀਂ ਆਈ ਬਿਕੋਜ਼ ਜ਼ਿੰਦਗੀ ਲੰਘ ਰਹੀ ਹੈ, ਟਾਈਮ ਦੀ ਬੜੀ ਸਪੀਡ ਨਾਲ ਟਾਈਮ ਚੱਲ ਰਿਹਾ ਅੱਗੇ, ਤੇ ਪੰਜਾਬ ਬਰਬਾਦ ਹੁੰਦਾ ਜਾ ਰਿਹਾ ਹੈ। ਜੇ ਉਹ ਸਾਡੇ ਕਰਪਟ, ਬੇਈਮਾਨ, ਗੈਰ ਜ਼ਿੰਮੇਦਾਰ, ਵਾਅਦਾ ਖਿਲਾਫ ਲੀਡਰ ਪੰਜਾਬ ਦੀ ਬਰਬਾਦੀ ਵਾਸਤੇ ਜ਼ਿੰਮੇਦਾਰ ਹੈ, ਤੇ ਮਾਫ ਕਰਨਾ, ਸਾਡੇ ਇਹ ਜਿਹੜੇ ਸੱਜਣ ਹੈਗੇ ਆ, ਜਿਹੜੇ ਇੱਕ ਦੂਜੇ ਨਾਲ ਇਕੱਠੇ ਨਹੀਂ ਹੁੰਦੇਗੇ, ਜਿਹੜੇ ਇਕੱਲੇ ਹੀ ਆਪਦਾ ਵਾਜਾ ਵਜਾਈ ਜਾਂਦੇ, ਆਪਦੀ ਢਪਲੀ ਵਜਾਈ ਜਾਂਦੇ ਹੈਗੇ ਆ, ਇਹ ਪੰਜਾਬ ਦੀ ਬਰਬਾਦੀ ਦੇ ਵਾਸਤੇ ਇਹ ਵੀ ਜ਼ਿੰਮੇਦਾਰ ਹੋਣਗੇ, ਕਿਉਂਕਿ ਇਕੱਠੇ ਨਹੀਂ ਹੋਏ। ਸੋ ਜੇ ਤੁਸੀਂ ਇਕੱਠੇ ਹੋ ਜਾਂਦੇ ਹੋ, ਮੰਨ ਲਓ ਕਿ ਤੁਸੀਂ ਇਕੱਠੇ ਹੋ ਗਏ, ਪੰਜਾਬ ਦੇ ਲੋਕਾਂ ਨੂੰ ਸਮਝਾਇਆ ਗਿਆ ਕਿ ਅਸੀਂ ਪੰਜਾਬ ਵਾਸਤੇ ਇਕੱਠੇ ਹੋਏ ਹਾਂ, ਕਿਸੇ ਕੁਰਸੀ ਜਾਂ ਸੱਤਾ ਵਾਸਤੇ ਨਹੀਂ, ਅਸੀਂ ਕੁਝ ਕਮਾਉਣਾ ਨਹੀਂਗਾ, ਅਸੀਂ ਦੇਣਾ ਹੈ। ਇਹ ਯਕੀਨ ਦਿਲਵਾਤਾ ਜਾਵੇ। ਤੁਸੀਂ ਇਕੱਠੇ ਹੋ ਜਾਓ, ਕਿਸਾਨਾਂ ਦੀ ਮਦਦ ਕਰੋ, ਕਿਸਾਨਾਂ ਨੂੰ ਨਾਲ ਲਵੋ। ਤੁਹਾਡੀ ਸਰਕਾਰ ਬਣ ਗਈ, ਮੰਨ ਲਓ, ਜਾਂ ਤੁਸੀਂ ਕਿਸੇ ਨਾਲ ਮਿਲ ਕੇ ਸਰਕਾਰ ਬਣਾ ਲਈ, ਤੇ ਜਿਵੇਂ ਮੈਂ ਕਿਹਾ ਹੈ ਕਿ ਜੇ ਕਿਸੇ ਦੀ ਸਰਕਾਰ ਹੈ ਤੇ ਉਹਦਾ ਸਰਪੰਚ ਵੀ ਉਹਦੀ ਚੱਲਦੀ ਹੈ ਸਰਕਾਰੀ ਦਰਬਾਰੇ, ਜੇ ਤੁਸੀਂ ਐਮਐਲਏ ਵੀ ਰਹਿ ਗਏ ਤੁਹਾਡੀ ਚੱਲੂਗੀ, ਤੁਹਾਡੇ ਕੰਮ ਹੋਣਗੇ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ, ਮੈਂ ਪੋਲਿਟਿਕਸ ਦੇ ਵਿੱਚ ਨਹੀਂ ਰਿਹਾ, ਮੈਂ ਅਫਸਰਾਂ ਦੇ ਨਾਲ, ਕੁਝ ਪੋਲੀਟੀਸ਼ੀਅਨ ਨਾਲ ਮੇਰੇ ਤਾਲੁਕਾਤ ਰਹੇ, ਉਦੋਂ ਮੈਂ ਬੜਾ ਨੇੜਿਓਂ ਵੇਖਿਆ ਕਿ ਜਿਹੜੀ ਸਰਕਾਰ ਹੁੰਦੀ ਹੈ, ਉਹਦਾ ਜਿਹੜਾ ਐਮਐਲਏ ਜਾਂ ਜਿਹੜਾ ਉਹਦਾ ਐਮਪੀ ਹੈ ਜਾਂ ਉਹਦਾ ਮੰਤਰੀ ਹੈ, ਉਹ ਆਪਦੇ ਹਲਕੇ ਦੇ ਵਿੱਚ, ਜਾਂ ਹਲਕਾ ਇੰਚਾਰਜ ਹੈ, ਉਹ ਆਪਦੇ ਹਲਕੇ ਦੇ ਵਿੱਚ, ਆਪਦੇ ਜ਼ਿਲ੍ਹੇ ਦੇ ਵਿੱਚ, ਸਬ ਡਿਵੀਜ਼ਨ ਦੇ ਵਿੱਚ ਆਪਦਾ ਐਸਐਸਪੀ ਤੇ ਆਪਦਾ ਡੀਸੀ, ਆਪਦਾ ਐਸਡੀਐਮ ਲਾਉਂਦਾ, ਤਹਿਸੀਲਦਾਰ ਵਗੈਰਾ, ਕਿਉਂਕਿ ਉਹਨਾਂ ਨੇ ਕੰਮ ਕਰਾਉਣੇ ਹੈ। ਤੇ ਉੱਥੋਂ ਜਿਹੜੇ ਹਾਈ ਕਮਾਨ ਹੈ, ਉਹਨਾਂ ਦੇ ਆਦੇਸ਼ ਹੁੰਦੇ ਹੈ, ਕਮਾਂਡ ਹੁੰਦੀ ਹੈ, ਨਿਰਦੇਸ਼ ਹੁੰਦੇ ਹੈ ਡੀਸੀ ਨੂੰ ਵੀ, ਐਸਐਸਪੀ ਨੂੰ, ਦੂਜੇ ਅਫਸਰਾਂ ਨੂੰ ਵੀ, ਕਿ ਜੇ ਕੋਈ ਬੰਦਾ ਤੁਹਾਡੇ ਕੋਲੇ ਕੋਈ ਕੰਮ ਕਰਾਉਣਾ ਆਉਂਦਾ ਹੈ ਦੂਜੀ ਪਾਰਟੀ ਦਾ, ਤੇ ਤੁਸੀਂ ਉਹਦਾ ਕੰਮ ਨਹੀਂ ਕਰਨਾ ਜਿੰਨਾ ਚਿਰ ਸਾਡਾ ਐਮਐਲਏ ਨਹੀਂ ਆਉਂਦਾ, ਸਾਡਾ ਸਰਪੰਚ ਨਹੀਂ ਆਉਂਦਾ, ਸਾਡਾ ਹਲਕਾ ਇੰਚਾਰਜ ਨਹੀਂ ਆਉਂਦਾ, ਕਿਉਂਕਿ ਨੰਬਰ ਬਣਾਉਣੇ ਆ ਵੀ ਤੁਹਾਡਾ ਕੰਮ ਕਰਾਇਆ, ਤਾਂ ਕਿ ਅਸੀਂ ਵੋਟਾਂ ਮੰਗ ਸਕੀਏ, ਉਹਨੂੰ ਵੋਟਾਂ 'ਚ ਕਨਵਰਟ ਕਰ ਸਕੀਏ। ਤੇ ਜਦੋਂ ਇਹ ਸਥਿਤੀ ਆਪਾਂ ਸਾਰੇ ਜਾਣਦੇ ਹਾਂ, ਤੇ ਫਿਰ ਆਪਾਂ ਕਿਸ ਗੱਲ ਦੀ ਕਰਕੇ, ਕੀ ਕਾਰਨ ਹੈ ਕਿ ਤੁਸੀਂ ਇਕੱਠੇ ਨਹੀਂ ਹੁੰਦੇ? ਮੇਰੀ ਬੜੀ ਇੱਛਾ ਹੋਈ 2-3 ਵਾਰ ਕਿ ਮੈਂ ਸਾਰਿਆਂ ਨਾਲ ਜਾ ਕੇ ਗੱਲ ਕਰਾਂ, ਮਿਲਾਂ, ਪੁੱਛਾਂ ਕਿ ਕਿਉਂ ਨਹੀਂ ਇਕੱਠੇ ਹੁੰਦੇ। ਮੈਂ ਕਿਸੇ ਸੱਜਣ ਨਾਲ ਗੱਲ ਕੀਤੀ ਜੋ ਕਾਫੀ ਇੰਪੋਰਟੈਂਟ ਹੈ ਇਸ ਸਾਰੇ ਸਰਕਲ ਦੇ ਵਿੱਚ, ਜਿਹਨੇ ਇਹ ਕੋਸ਼ਿਸ਼ ਕੀਤੀ ਸੀ। ਉਹ ਇਹਨਾਂ ਲੋਕਾਂ ਨੂੰ ਇੰਡੀਵਿਜੂਅਲੀ ਮਿਲਿਆ, ਇਹਨਾਂ 3-4 ਲੋਕਾਂ ਨੂੰ, ਤੇ ਉਹਦਾ ਕਹਿਣਾ ਸੀਗਾ ਵੀ ਢਿੱਲੋਂ ਸਾਹਿਬ, ਇਹ ਸਾਰੇ ਹੀ ਇੱਕ ਤੋਂ ਇੱਕ ਹੈ, ਇਹਨਾਂ ਸਾਰਿਆਂ ਦੀ ਧੌਣ ਦੇ ਵਿੱਚ ਐਡਾ ਵੱਡਾ ਕਿੱਲਾ ਹੈ ਕਿ ਤੁਸੀਂ ਦੰਗ ਰਹਿ ਜਾਓਗੇ। ਵੈਸੇ ਸਭ ਕੁਝ ਠੀਕ ਹੈ, ਵਧੀਆ ਗੱਲਾਂ ਕਰਨਗੇ, ਇੰਡੀਵਿਜੂਅਲੀ ਉਹ ਜੋ ਕੁਝ ਵੀ ਕਰ ਰਹੇ ਆ, ਮਿਹਨਤ ਕਰੇ ਆਪਦੇ ਲੈਵਲ ਤੇ, ਪਰ ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਮਿਲੋਗੇ, ਇਕੱਠੇ ਹੋਣ ਦੀ ਗੱਲ ਕਰੋਗੇ, ਤੁਸੀਂ ਦੰਗ ਰਹਿ ਜਾਓਗੇ ਕਿ ਇੰਨੀ ਜ਼ਿਆਦਾ ਆਕੜ ਹੈ, ਇੰਨੀ ਜ਼ਿਆਦਾ ਇੰਡੀਵਿਜੂਅਲਿਸਟਿਕ ਅਪਰੋਚ ਹੈ। ਆਈ, ਮੀ ਐਂਡ ਮਾਈ ਸੈਲਫ, ਇਟਸ ਮਾਈ ਵੇ ਔਰ ਦੀ ਹਾਈਵੇ। ਇਹ ਜਿਹੜੀ ਅਪਰੋਚ ਹੈ, ਇਹਦਾ ਮਤਲਬ ਇਹ ਹੈ, ਕਿਤੇ ਨਾ ਕਿਤੇ ਮੈਂ ਮਾਫੀ ਚਾਹੁੰਦਾ ਹੈਗਾ ਕਿ ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋ, ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਹੋ। ਇੱਕ ਵਾਰੀ ਮੈਂ ਇਹਦਾ ਜ਼ਿਕਰ ਕਰਨੋਂ ਰਹਿ ਨਹੀਂ ਸਕਦਾਗਾ ਕਿ ਕਿਸੇ ਚੈਨਲ ਦੇ ਉੱਤੇ ਅਟਲ ਬਿਹਾਰੀ ਵਾਜਪੇਈ ਜੀ ਨੂੰ ਇੰਟਰਵਿਊ ਕੀਤਾ ਜਾ ਰਿਹਾ ਸੀ, ਤੇ ਉਹਨਾਂ ਨੇ ਕਿਸੇ ਜਿਹੜੀ ਉਹਨਾਂ ਦੇ ਖਿਲਾਫ ਪਾਰਟੀ ਸੀ ਉਹਦੀ ਮਦਦ ਲੈ ਕੇ ਸਰਕਾਰ ਬਣਾਈ ਸੀ, ਤੇ ਉਹ ਪੱਤਰਕਾਰ ਨੇ ਉਹਨੂੰ ਪੁੱਛਿਆ ਕਿ ਤੁਸੀਂ ਉਹਨਾਂ ਦੇ ਖਿਲਾਫ ਸੀ, ਉਹ ਤੁਹਾਡੇ ਖਿਲਾਫ ਸੀ, ਤੁਸੀਂ ਉਸ ਪਾਰਟੀ ਦੀ ਮਦਦ ਕਿਵੇਂ ਲਈ? ਤੇ ਅਟਲ ਬਿਹਾਰੀ वाजपेयी का जवाब सी कि कभी कभी किसी बड़ी बुराई को मारने के लिए छोटी बुराई की मदद लेनी पड़ती है। ये सियासत है। तुसीं ये वेखो कि मुलायम सिंह ते मायावती इकट्ठे हो गए। मुलायम सिंह होरां ने मायावती नाल की कुछ कीता सी, वो इकट्ठे हो गए। लोड़ है। तुसीं ये वेखो कि नीतीश कुमार ते लालू यादव इकट्ठे हो गए, फिर वो अड हो गए, उस तो बाद वो बीजेपी ना आ गए। तुसीं ये वेखो कि महाराष्ट्र दे विच शिव सेना ते कांग्रेस इकट्ठे हो गए। कि तुहानूं नहीं दिसदागा कि जे तुहाडे सामने तुहाडे जिहड़ी अपोजिशन है वो इन्नी ज़्यादा मजबूत है, इन्नी ज़्यादा जड़ां लाई बैठी है, उन्हां कोल इन्नी ज़्यादा साधन ते रिसोर्सिस है
ਤੇ ਤੁਸੀਂ ਇਕੱਲੇ ਨਹੀਂ ਲੜ ਸਕਦੇ, ਤੁਸੀਂ ਮਿਲ ਕੇ ਕਿਉਂ ਨਹੀਂ ਲੜਦੇ? ਜੇ ਤੁਸੀਂ ਮਿਲ ਕੇ ਲੜੋ, ਤੁਸੀਂ ਸੀਟਾਂ ਹੀ ਇੰਨੀਆਂ ਲੈ ਲਓਗੇ ਕਿ ਤੁਸੀਂ ਉੱਥੇ ਜਿਹੜੀ ਸਰਕਾਰ ਬਣੂਗੀ, ਹੋ ਸਕਦਾ ਹੈ ਕਿ ਉਹਨਾਂ ਨੂੰ ਤੁਹਾਡੀ ਲੋੜ ਪਵੇ, ਤੁਸੀਂ ਆਪਣੀਆਂ ਕੰਡੀਸ਼ਨਸ ਉਹਨਾਂ ਨੂੰ ਸਪੋਰਟ ਦਿਓ ਤੇ ਸਰਕਾਰ ਦੇ ਵਿੱਚ ਤੁਹਾਡਾ ਪੂਰਾ ਦਖਲ ਹੋਵੇ। ਜੇ ਤੁਸੀਂ ਇੰਡੀਪੈਂਡੈਂਟਲੀ ਮੰਨ ਲਓ ਸਰਕਾਰ ਬਣਾਉਣ ਜੋਗੀਆਂ ਸੀਟਾਂ ਤੁਹਾਨੂੰ ਨਹੀਂ ਮਿਲਦੀਆਂ, ਪਰ ਫਿਰ ਵੀ ਤੁਹਾਨੂੰ ਇੰਨੀਆਂ ਮਿਲ ਜਾਣਗੀਆਂ ਜੇ ਇਕੱਠੇ ਹੋ ਕੇ ਲੜਦੇ ਹੋ। ਕਿਉਂਕਿ ਜਿਹੜੀਆਂ ਦਰਾਰਾਂ ਹੈ, ਜਿਹੜੇ ਪਾੜੇ ਹੈ, ਜਿਹੜਾ ਆਸ ਵਿੱਚ ਫੁੱਟ ਹੈ, ਇਹ ਤਾਂ ਬਰਬਾਦ ਕਰਦੀ ਤੇ ਖਲਾਰੇ ਪਾਉਂਦੀ ਹੈ। ਸੋ ਮੇਰੀ ਬੇਨਤੀ ਹੈ ਕਿ ਤੁਸੀਂ ਇਕੱਠੇ ਹੋ। ਵੇਖੋ ਪੰਜਾਬ ਦੇ ਵਿੱਚ ਕੀ ਹਾਲਾਤ ਹੈ। ਇਹ ਜਿਹੜੀ ਸਿਚੁਏਸ਼ਨ ਹੈ, ਇਹ ਮੇਰਾ ਖਿਆਲ ਹੈ 30-35 ਸਾਲ ਬਾਅਦ ਬਣੀ ਹੈ, ਕਿਉਂਕਿ ਲਹਿਰ ਕੋਈ ਉੱਠਦੀ ਨਹੀਂ, ਤੇ ਜਿਹੜੀ ਲਹਿਰ ਉੱਠੀ ਉਹਨੂੰ ਦਬਾ ਦਿੱਤਾ ਗਿਆ। ਸਾਡਾ ਨੁਕਸਾਨ ਹੋਇਆ, ਬੇਹਿਸਾਬ ਨੁਕਸਾਨ ਹੋਇਆ। ਮੈਂ ਇੱਕ ਡਾਕੂਮੈਂਟਰੀ ਬਣਾਉਣੀ ਚਾਹੁੰਦਾ ਸੀਗਾ, ਬਲੂ ਸਟਾਰ ਆਪਰੇਸ਼ਨ ਦਾ ਰੀਅਲ ਸਟੋਰੀ, ਤੇ ਮੈਂ ਜਿਨ੍ਹਾਂ ਲੋਕਾਂ ਨੂੰ ਇੰਟਰਵਿਊ ਕਰਨਾ ਚਾਹੁੰਦਾ ਸੀ, ਮੈਂ ਜਾ ਕੇ ਮਿਲਿਆ ਤੇ ਮੈਂ ਹੈਰਾਨ ਹੋ ਗਿਆ। ਜਿਹੜੀਆਂ ਬੁੱਕਸ ਮੈਨੂੰ ਮਿਲੀਆਂ, ਰੈਫਰੈਂਸਿਸ ਮਿਲੇ, ਦੋਜ਼ ਆਰ ਸ਼ੌਕਿੰਗ। ਉਹ ਇੱਕੇ ਥਾਂ ਤੇ ਜਾ ਕੇ ਇੰਡੀਕੇਟ ਕਰਦੇ ਸੀ ਕਿ ਹੂ ਆਲ ਵਰ ਰਿਸਪੌਂਸਿਬਲ ਫॉर ਬਲੂ ਸਟਾਰ ਆਪਰੇਸ਼ਨ। ਉਹ ਸਾਡੇ ਆਪਣੇ ਹੀ ਸੀ। ਸਾਨੂੰ ਹਮੇਸ਼ਾ ਗੱਦਾਰਾਂ ਨੇ ਮਾਰਿਆ। ਕਿਸਾਨ ਵਿਚਾਰੇ ਇਕੱਲੇ ਲੜੀ ਜਾਂਦੇ ਹੈਗੇ ਆ। ਹੁਣ ਉੱਥੇ ਗਏ ਸੀ, ਉਹਨਾਂ ਨੇ ਬੇਇੱਜ਼ਤ ਕਰਕੇ ਵਾਪਸ ਭੇਜਤਾ ਇਹਨਾਂ ਨੂੰ। ਜਿੰਨਾ ਚ ਪਹਿਲੀ ਗੱਲ ਤਾਂ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੀਗਾ, ਕਿਉਂਕਿ ਜੇ ਸੈਂਟਰਲ ਮਿਨਿਸਟਰ ਨਹੀਂ ਉੱਥੇ ਬੈਠਾਗਾ ਜਾਂ PM ਨਹੀਂ ਬੈਠਦਾ ਉਹਨਾਂ ਨਾਲ ਗੱਲ ਕਰਦਾ, ਜਿਹੜਾ ਉੱਥੇ ਪ੍ਰਿੰਸੀਪਲ ਸੈਕਟਰੀ ਹੋ ਜਾਂ ਸੈਕਟਰੀ ਹੋ, ਉਹਦਾ ਮਤਲਬ ਹੀ ਕੋਈ ਨਹੀਂਗਾ। ਉੱਥੇ ਗਏ ਕਿਉਂਕਿ ਉਹਨਾਂ ਦੇ ਕੋਲੇ ਅਪਰਿਪੱਕਤਾ ਹੈ, ਉਹਨਾਂ ਨੂੰ ਪੋਲਿਟਿਕਸ ਦਾ ਪਤਾ ਨਹੀਂ ਹੈ ਤੇ ਆਪ ਮੁਹਾਰੇ ਹੋ ਜਾਂਦੇ ਹੈਗੇ ਆ। ਮੈਂ ਮਾਫੀ ਚਾਹੁੰਦਾ, ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਪ੍ਰੈਸ ਦੇ ਵਿੱਚ ਕੁਝ ਬੰਦੇ ਬੋਲ ਰਹੇ ਸੀਗੇ, ਜੇ ਸੱਜਣ ਨੂੰ ਬੋਲਣ ਦਾ ਜ਼ਿੰਮਾ ਦਿੱਤਾ, ਉਹਦੀ ਆਵਾਜ਼ ਨਹੀਂ ਨਿਕਲ ਰਹੀ ਸੀਗੀ। ਜ਼ਰੂਰ ਹੈ ਕਿ ਉਸ ਬੰਦੇ ਨੇ ਬੋਲਣਾ ਹੈਗਾ। ਜਿਹੜਾ ਬੰਦਾ ਚੰਗਾ ਬੋਲਦਾ, ਚੰਗਾ ਬੁਲਾਰਾ ਹੈਗਾ, ਚੰਗੇ ਜਵਾਬ ਦੇ ਸਕਦਾ ਹੈਗਾ, ਉਹਨੂੰ ਬਿਠਾਓ ਕਿ ਦਿਓ ਜਵਾਬ ਇਹਨਾਂ ਨੂੰ। ਹੁਣ ਉੱਥੋਂ ਆ ਗਏ, ਹੁਣ ਦੁਬਾਰਾ ਯੋਜਨਾਵਾਂ ਬਣ ਰਹੀਆਂ ਸੀ, ਇਹ ਕਰ ਦਾਂਗੇ। ਔਰ ਜਿਹੜੇ ਸਾਡੇ ਸੱਜਣ ਮੀਡੀਆ ਵਾਲੇ ਹੈ, ਉਹ ਵੀ ਇਹੋ ਜਿਹੇ ਹੈਡਿੰਗ ਬਣਾਉਂਦੇ, ਜਿਹੜੇ ਕਾਰਡ ਬਣਾਉਂਦੇ ਹੈਗੇ, ਉਹਨੇ ਕਮਾ ਦਿੱਤਾ, ਕੰਬ ਗਿਆ, ਹਿੱਲ ਗਿਆ ਮੋਦੀ, ਦਿੱਲੀ ਹਾਲਾਤ ਹੀ ਫਲਾਨਾ ਕਰਤਾ। ਇਟਸ ਆਲ ਨੌਨਸੈਂਸ। ਇਟਸ ਅ ਵੈਰੀ ਸੀਰੀਅਸ ਮੈਟਰ। ਤੁਹਾਡੀ ਪਲੈਨਿੰਗ ਕੀ? ਜਿਹੜਾ ਬੰਦੇ ਉੱਥੇ ਬੋਲਣ ਜਾਂਦੇ, ਮੈਂ ਉਹਨਾਂ ਦਾ ਧੰਨਵਾਦੀ। ਸਾਡੇ ਕਲਾਕਾਰ ਭਰਾ ਉੱਥੇ ਜਾਂਦੇ ਹੈਗੇ ਹੈ, ਗਾਇਕ ਕਲਾਕਾਰ ਕੋਸ਼ਿਸ਼ ਕਰੇ ਜਾ ਕੇ ਬੋਲਦੇ ਹੈ, ਤੇ ਉਹ ਕਹਿੰਦੇ ਇਕੱਠੇ ਰਹੋ। ਮਤਲਬ ਤੁਸੀਂ ਵੱਖ ਹੋ? ਨਹੀਂ, ਅਸੀਂ ਇਕੱਠੇ ਰਹਿਣਾ ਹੈ, ਅਸੀਂ ਇਕੱਠੇ ਰਹਿਣਾ, ਹਰ ਕੀਮਤ ਤੇ ਇਕੱਠੇ ਰਹਿਣਾ ਹੈ, ਅਸੀਂ ਨਾਲ ਹੈ, ਤੁਸੀਂ ਇਕੱਠੇ ਰਹੋ। ਮਤਲਬ ਤੁਸੀਂ ਬੋਲ ਕੇ ਜਾ ਰਹੇ ਹੋ? ਨਹੀਂ, ਅਸੀਂ ਇਕੱਠੇ ਰਹਿਣਾ ਹੈ। ਸੋ ਮੇਰੀ ਜਿਹੜੇ ਮੈਂ ਭਖ ਦੇ ਸਵਾਲਾਂ ਦੀ ਗੱਲ ਕਰਦਾ ਹੈਗਾ ਹੈ ਕਿ ਜੇ ਸਾਡੇ ਇਹ ਲੀਡਰ ਇਕੱਠੇ ਨਹੀਂ ਹੁੰਦੇ, ਜੋ ਵੀ ਉਹਨਾਂ ਦੇ ਲੌਜਿਕ ਹੋਣ, ਰੀਜ਼ਨ ਹੋਣ, ਫਿਰ ਉਹ ਵੀ ਕਿਤੇ ਨਾ ਕਿਤੇ ਦੋਸ਼ੀ ਕਰਾਰ ਦਿੱਤੇ ਜਾਣਗੇ ਪੰਜਾਬ ਦੀ ਬਰਬਾਦੀ ਵਾਸਤੇ। ਜੇ ਤੁਹਾਨੂੰ ਕੌੜਾ ਘੁੱਟ ਭਰਨਾ ਪੈਂਦਾ, ਜੇ ਵੈਸੇ ਵੀ ਤੁਸੀਂ ਵੇਖੋ ਜਿਹੜੇ ਮੇਨ ਬੰਦੇ ਹੈਗੇ ਹੈ ਵੀ CM ਤਾਂ ਇੱਕ ਨੇ ਬਣਨਾ, ਕੋਈ ਡਿਪਟੀ CM ਬਣ ਜੇ ਮੰਨ ਲਓ, ਲੋਕਾਂ ਨੂੰ ਉਹਦੇ ਚਾਹੀਦੇ ਹੈਗੇ ਹੈ, ਫਾਈਨਾਂਸ ਮਿਨਿਸਟਰ ਵੀ ਚਾਹੀਦਾ ਹੈਗਾ, ਹੋਮ ਮਿਨਿਸਟਰ ਵੀ ਚਾਹੀਦਾ ਹੈਗਾ। ਇਹ ਬੜੇ ਅਹਿਮ ਪੋਰਟਫੋਲੀਓਜ਼ ਹੈ ਤੇ ਜਿਹਨੂੰ ਸੇਵਾ ਕਰਨੀ ਉਹ ਕਿਤੇ ਵੀ ਕਰ ਸਕਦਾ ਹੈਗਾ, ਕਿਵੇਂ ਵੀ ਕਰ ਸਕਦਾ ਹੈ। ਉਹ ਇੱਕ MLA ਬਣ ਕੇ ਵੀ ਨੇਰੀਆਂ ਲਿਆ ਸਕਦਾ ਕਿ ਕੰਮ ਕਰਨਾ ਹੈ, ਪੰਜਾਬ ਨੂੰ ਬਚਾਉਣਾ ਹੈ। ਸੋ ਕੀ ਕਰਨਾ ਹੈ? ਮੈਂ ਮਮਤਾ ਬਨਰਜੀ ਨੂੰ ਸਲੂਟ ਕਰਦਾ ਹਾਂ। ਇੱਕ ਲੇਡੀ, ਇੱਕ ਔਰਤ। ਮੈਨੂੰ ਲੋਕ ਦੱਸਦੇ ਹੈਗੇ ਕਿ ਉਹ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਆਪਦੇ ਉਸੇ 'ਚ ਹੀ ਰਹਿੰਦੀ ਹੈਗੀ ਹੈ, ਉਹੀ ਉਹਨੇ ਸਾੜੀ ਤੇ ਚੱਪਲ ਪਾਉਣੇ ਹੈਗੇ ਆ। ਤੁਸੀਂ ਵੇਖੋ, ਉਹ ਕੱਲੀ ਔਰਤ ਅੜੀ ਹੋਈ ਹੈ। ਤੇ ਅਸੀਂ ਆਪਣੇ ਪੰਜਾਬ ਨੂੰ ਸੂਰਮਿਆਂ ਦੀ ਧਰਤੀ ਕਹਿੰਦੇ ਆ। ਅਸੀਂ ਸਾਰੇ ਬਹੁਤ ਵੱਡੇ ਸੂਰਮੇ ਆ, ਬਹਾਦਰ ਹੈ, ਤੇ ਅਸੀਂ ਇਕੱਠੇ ਨਹੀਂ ਹੋ ਸਕਦੇ। ਜੇ ਪੰਜਾਬ ਦੇ ਵਿੱਚ ਏਕਾ ਹੋ ਜਾਵੇ ਸਾਰਿਆਂ ਦਾ, ਅਸੀਂ ਆਪਣੀ ਸਰਕਾਰ ਬਣਾਈਏ, ਤੇ ਨਿਸ਼ਚਿਤ ਰੂਪ ਨਾਲ ਅਸੀਂ ਆਪਦੇ ਨਿਯਮ ਬਣਾਵਾਂਗੇ। ਅਸੀਂ ਸੈਂਟਰ ਦੇ ਨਾਲ ਡੀਲ ਕਰਨ ਜੋਗੇ ਹੋ ਜਾਾਂਗੇ। ਕੋ ਸੱਜਣ ਸਾਡੇ ਭਰਾ ਉੱਥੇ ਜਾ ਕੇ ਸ਼ੰਭੂ ਬਾਰਡਰ ਤੇ ਗੋਲੀਆਂ ਦੀਆਂ ਗੱਲਾਂ ਕਰਦੇ, ਹਿੱਕ 'ਚ ਗੋਲੀਆਂ। ਵਿਦ ਡਿਊ ਰਿਸਪੈਕਟ ਟੂ ਦੈਮ, ਵੀ ਸ਼ੁੱਡ ਨਾਟ ਟਾਕ ਇਨ ਦਿਸ ਲੈਂਗੁਏਜ, ਬਿਕੋਜ਼ ਅਸੀਂ ਪਹਿਲਾਂ ਬਥੇਰਾ ਮਰਵਾ ਲਿਆ ਹੈ। ਅਸੀਂ ਪਿੰਡਾਂ ਦੇ ਪਿੰਡ ਖਾਲੀ ਕਰਵਾ ਲਏ ਹੈ, ਅਸੀਂ ਹਜ਼ਾਰਾਂ ਲੱਖਾਂ ਬੰਦੇ ਆਪਣੇ ਮਰਵਾ ਲਏ ਹੈ। ਇਹਦੇ 'ਚ ਕੁਝ ਨਹੀਂ ਰੱਖਿਆ ਗਿਆ। ਕੂਟਨੀਤੀ, ਪੋਲਿਟਿਕਸ, ਡਿਪਲੋਮੈਸੀ, ਜਿਵੇਂ ਦੀਪ ਸਿੱਧੂ ਦੇ ਉੱਤੇ ਬੜੇ ਇਲਜ਼ਾਮ ਲੱਗਦੇ ਹੈਗੇ ਹੈ, ਤੇ ਉਹਨੇ ਇੱਕ ਰੀਸੈਂਟਲੀ ਜਿਹੜੀ ਸਪੀਚ ਦਿੱਤੀ ਕਿ ਕੋਲੈਕਟਿਵ ਲੀਡਰਸ਼ਿਪ, ਮੈਂ ਆਈ ਬੀਨ ਸੇਇੰਗ ਦਿਸ ਕਿ ਕੋਲੈਕਟਿਵ ਲੀਡਰਸ਼ਿਪ ਚਾਹੀਦੀ ਹੈਗੀ ਹੈ। ਇਹ ਨਾ ਹੋਵੇ ਕਿ ਜੇ ਮੰਨ ਲਓ ਤੁਹਾਡਾ ਕੋਈ ਲੀਡਰ ਵਿਕ ਜਾਂਦਾ, ਮੰਨ ਲਓ ਰੱਬ ਨਾ ਕਰੇ, ਤੇ ਤੁਹਾਡੇ ਕੋਲੇ ਦੂਜੇ ਲੀਡਰ ਤਿਆਰ ਰਹਿਣੇ ਚਾਹੀਦੇ ਹੈ, ਨਾਲ ਦੀ ਨਾਲ ਕੋਈ ਫਰਕ ਹੀ ਨਾ ਪਵੇ। ਸੋ ਜੇ ਇਹ 4-5 ਬੰਦੇ ਇਕੱਠੇ ਹੋ ਜਾਣ,
ਤੇ ਕਿਸਾਨਾਂ ਦਾ ਸਾਥ ਦੇਣ, ਬਜਾਏ ਦੇ ਕਿ ਜਿਹੜੀ ਵੀ ਉਹ ਪਾਰਟੀ ਦੇ ਪ੍ਰਤੀ ਉਹਨਾਂ ਦੀ ਲੋਇਲਟੀ ਹੈ ਉਹਨੂੰ ਛੱਡ ਕੇ ਕਿਸਾਨਾਂ ਨਾਲ ਜਾ ਕੇ ਬੈਠਣ। ਨਾਲ ਸਾਰੇ ਕਲਾਕਾਰ ਹੋ ਗਏ, ਗਾਇਕ ਕਲਾਕਾਰ ਹੋ ਗਏ, ਕਿਸਾਨ ਹੋ ਗਏ, ਤੇ ਇਹ ਬੰਦੇ ਹੋ ਗਏ, ਤੇ ਮੇਰਾ ਨਹੀਂ ਖਿਆਲ ਕਿ ਪਿੱਛੇ ਮੁੜ ਕੇ ਵੇਖਣ ਦੀ ਲੋੜ ਪਏਗੀ। ਸੋ ਇੱਥੇ ਆ ਕੇ ਮੈਨੂੰ ਇਹ ਲੱਗਣ ਲੱਗ ਪੈਂਦਾ ਹੈਗਾ ਕਿ ਜੇ ਤੁਸੀਂ ਆਪਦੇ ਈਗੋ, ਉਹਨੂੰ ਸਵਾਭਿਮਾਨ ਕਹਿ ਲਓ, ਅਹੰਕਾਰ ਕਹਿ ਲਓ, ਜੋ ਵੀ ਕਹਿ ਲਓ, ਕਿੱਲਾ ਕਹਿ ਲਓ, ਜੇ ਤੁਸੀਂ ਉਹਦੇ ਕਰਕੇ ਇਕੱਠੇ ਨਹੀਂ ਹੁੰਦੇ, ਜ਼ਰਾ ਵੀ ਰੱਤੀ ਪਰ ਵੀ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ, ਬਰਦਾਸ਼ਤ ਕਰਨ ਨੂੰ ਇੱਕ ਦੂਜੇ ਨੂੰ ਤਿਆਰ ਹੀ ਨਹੀਂ, ਇਹਦਾ ਮਤਲਬ ਕਿਤੇ ਖੋਟ ਹੈ। ਆਮ ਸੌਰੀ, ਇਹਦਾ ਮਤਲਬ ਕਿਤੇ ਖੋਟ ਹੈ ਕਿ ਮੈਂ ਬਸ, ਹੋਰ ਨਾ ਕੋਈ ਹੋਵੇ। नहीं, चमन में इख्तलाफ रंगो बू से बात बनती है, तुम ही तुम हो तो क्या तुम हो, हम ही हम हैं तो क्या हम हैं। ना उम्मीद करदा है कि साडे भरा अड्डो अड्डी आपदे वाजे वजाउण दी बजाए एक दूजे नूं अप्रोच करो। जे कर चुके हो बहुत वधिया गल है, उत्थे वड़ देंगे, चक देंगे, ठोक देंगे, गोलियां हिक ते खावांगे, लख मर जाणगे, 2 लाख मर जाणगे। ਅਸੀਂ ਇਹ ਗੱਲਾਂ ਨਹੀਂ ਕਰਨੀਆਂ। ਇੱਕ ਪਾਸੇ ਇੱਕ ਬਹੁਤ ਵੱਡਾ ਨਿਜ਼ਾਮ ਹੈ, ਅਸੀਂ ਇਹੋ ਜਿਹੀਆਂ ਗੱਲਾਂ ਕਰ ਕਰਕੇ ਪਹਿਲਾਂ ਬਹੁਤ ਘਾਟਾ ਉਠਾ ਚੁੱਕੇ ਹਾਂ, ਬਹੁਤ ਨੁਕਸਾਨ ਕਰਵਾ ਚੁੱਕੇ ਹਾਂ। ਲੋਕਤਾਂਤਰਿਕ ਤਰੀਕੇ ਦੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜੋ ਗੇਮ ਉਹ ਖੇਡਦੇ ਆ, ਉਹਨਾਂ ਦੇ ਨਾਲ ਉਹੀ ਤਰੀਕਾ ਇਸਤੇਮਾਲ ਕਰਕੇ ਸ਼ਹਿ ਮਾਤ ਵਾਲੀ ਗੇਮ ਖੇਡਣੀ ਚਾਹੀਦੀ ਹੈ। ਰਾਜਨੀਤੀ, ਕੂਟਨੀਤੀ, ਡਿਪਲੋਮੈਸੀ, ਔਰ ਉਹਦੇ ਵਿੱਚ ਸਭ ਤੋਂ ਵੱਡੀ ਪਾਵਰ ਹੈਗੀ ਹੈ ਏਕਤਾ, ਪਬਲਿਕ ਮੈਜੋਰਿਟੀ। ਜੇ ਤੁਹਾਡੇ ਨਾਲ ਮੈਂਡੇਟ ਹੈ, ਜੇ ਤੁਹਾਡੇ ਨਾਲ ਲੋਕ ਹੈ, ਤੁਹਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ। ਸੋ ਬਜਾਏ ਉੱਥੇ ਦਾਅਵੇ ਕਰਨ ਦੇ, ਬਜਾਏ ਉੱਥੇ ਧਮਕੀਆਂ ਦੇਣ ਦੇ, ਐਲਾਨ ਕਰਨ ਦੇ, ਤੁਸੀਂ ਬਾਰ-ਬਾਰ ਉੱਥੇ ਸੱਦੇ ਦੇ ਰਹੇ ਹੋ ਕਿ ਉਹ ਆ ਜਾਏ, ਉਹ ਆ ਜਾਏ। ਕੁਝ ਬੰਦੇ ਆਪਦੇ ਲੈਵਲ ਤੇ ਕੋਸ਼ਿਸ਼ ਕਰ ਰਹੇ ਆ। ਨਹੀਂ, ਸਾਰਿਆਂ ਨੂੰ ਜਾਣਾ ਚਾਹੀਦਾ ਹੈਗਾ। ਇੱਥੇ ਹੁਣ ਈਗੋ ਦਾ ਮਸਲਾ ਨਹੀਂ, ਇੱਥੇ ਅਹੰਕਾਰ ਦਾ ਮਸਲਾ, ਸਵਾਭਿਮਾਨ ਦਾ ਕੋਈ ਮਸਲਾ ਨਹੀਂਗਾ। ਇੱਥੇ ਮਸਲਾ ਪੰਜਾਬ ਦਾ ਹੈ, ਤੇ ਜਦੋਂ ਪੰਜਾਬ ਦਾ, ਆਪਣੀ ਮਿੱਟੀ ਦਾ, ਆਪਣੀ ਮਾਂ ਦਾ ਮਸਲਾ ਹੋ ਗਿਆ, ਸਾਡੇ ਮਸਲੇ ਤਾਂ ਖਤਮ ਹੋ ਗਏ। ਸਾਡੀਆਂ ਖਾਹਿਸ਼ਾਂ, ਸਾਡੀਆਂ ਇੱਛਾਵਾਂ, ਸਾਡੇ ਵਕਾਰ ਕਿ ਅਸੀਂ ਆਹ ਬਣਨਾ ਚਾਹੁੰਦੇ ਹਾਂ, ਉਹ ਇੱਕ ਪਾਸੇ ਰੱਖ ਲਓ। ਜੇ ਅਸੀਂ ਪੰਜਾਬ ਨੂੰ ਬਚਾ ਗਏ, ਜੇ ਅਸੀਂ ਇੱਕ ਹੋ ਗਏ, ਕਿਸਾਨਾਂ ਨੂੰ ਨਾਲ, ਮਜ਼ਦੂਰਾਂ ਨੂੰ ਲੈ ਕੇ, ਦੁਕਾਨਦਾਰਾਂ ਨੂੰ, ਦਿਹਾੜੀਦਾਰਾਂ ਨੂੰ, ਜਿਹੜੇ ਨੌਕਰੀ ਪੇਸ਼ਾ ਲੋਕ ਆ ਉਹਨਾਂ ਨੂੰ ਨਾਲ ਲੈ ਕੇ, ਜੇ ਅਸੀਂ ਇੱਕ ਹੋ ਗਏ, ਸਾਰੇ ਕਲਾਕਾਰ ਆ ਗਏ, ਯੂਥ ਆ ਗਿਆ, ਤੇ ਫਿਰ ਕਮੀ ਕਾਹਦੀ ਰਹੇਗੀ। ਸੋ ਬਜਾਏ ਇਹਦੇ ਕਿ ਅਸੀਂ ਉੱਥੇ ਦਾਅਵੇ ਕਰੇ ਜਾਈਏ, ਧਮਕੀਆਂ ਦੇ ਜਾਈਏ, ਤੇ ਆਹ ਰੋਕ ਦਿਓ, ਹੁਣ ਅਸੀਂ ਆਹ ਕਰਾਂਗੇ, ਉਹਦਾ ਘਿਰਾਓ ਕਰਾਂਗੇ, ਇਹ એનર્ਜੀ ਉੱਥੇ ਲਾਓ, ਠੀਕ ਹੈ, ਪਰ ਉਹ ਤੋਂ ਇਲਾਵਾ ਪਲੈਨਿੰਗ ਕੀ ਹੈ? ਉਹ ਪਲੈਨਿੰਗ ਸਾਈਮਲਟੇਨੀਅਸਲੀ ਪੈਰਲਲ ਲੈਵਲ ਤੇ ਨਾਲ ਦੀ ਨਾਲ ਚੱਲਣੀ ਚਾਹੀਦੀ ਹੈਗੀ ਹੈ ਕਿ ਅਸੀਂ ਇਸ ਤਰੀਕੇ ਨਾਲ ਇਹ ਜਿਹੜਾ ਇੱਕ ਹੜ੍ਹ ਆਇਆ ਲੋਕਾਂ ਦਾ, ਇਹ ਜਿਹੜਾ ਦਰਦ ਹੈ, ਇਹ ਜਿਹੜਾ ਦੁੱਖ ਹੈ, ਇਹ ਜਿਹੜਾ ਡਰ, ਜਿਹੜਾ ਭੈ ਹੈ ਕਿ ਅਸੀਂ ਖਤਮ ਹੋ ਜਾਵਾਂਗੇ, ਪੰਜਾਬ ਖਤਮ ਹੋ ਜਾਊ, ਅਸੀਂ ਗੁਲਾਮ ਹੋ ਜਾਵਾਂਗੇ, ਸਾਡੀਆਂ ਜ਼ਮੀਨਾਂ ਖੋਹ ਲੈਣਗੇ, ਅਸੀਂ ਮੁਜਾਰੇ ਬਣ ਜਾਵਾਂਗੇ, ਉੱਥੇ ਮਜ਼ਦੂਰੀ ਕਰਾਂਗੇ ਤੇ ਚੀਜ਼ਾਂ ਮਹਿੰਗੀਆਂ ਵੀ ਕਿਆ ਕਰ ਦੇਣਗੀਆਂ, ਆਪਾਂ ਸਾਰੇ ਮਰਾਂਗੇ। ਇਹ ਜਿਹੜਾ ਡਰ ਹੈ, ਇਹਨੇ ਸਾਨੂੰ ਇਕੱਠੇ ਕਰਤਾ, ਸੂਤਰਪਾਤ ਕਰਤਾ। ਆਹੀ ਜ਼ਰੂਰੀ ਹੁੰਦਾ ਹੈਗਾ ਕਿ ਸਾਡੇ 'ਚ ਸੂਤਰਪਾਤ ਹੋਵੇ। ਜਿੱਥੇ ਵੀ ਕੋਈ ਬੈਠਾ ਹੈਗਾ, ਜਿਵੇਂ ਵੀ ਬੈਠਾ ਹੈ, ਉਹ ਇਸ ਭੈ ਕਰਕੇ ਬੈਠਾ ਹੈ, ਉਹ ਇਸ ਵਿਰੋਧ ਦੇ ਵਿੱਚ ਬੈਠਾ ਹੈ, ਉਹ ਇੱਕ ਹੈ। ਇਹ ਏਕਤਾ ਚਾਹੀਦੀ ਸੀਗੀ, ਇਸ ਏਕਤਾ ਨੂੰ ਯੂਟਿਲਾਈਜ਼ ਕਰਨ ਦੀ ਜ਼ਰੂਰਤ ਹੈ। ਇਹ ਨਾ ਹੋਵੇ ਕਿ ਜਿਵੇਂ ਹੜ੍ਹ ਆਉਂਦਾ ਹੈ, ਬਾਰਿਸ਼ ਹੁੰਦੀ ਹੈ, ਤੇ ਅਸੀਂ ਉਹ ਪਾਣੀ, ਰੇਨ ਹਾਰਵੈਸਟਿੰਗ ਕੀਤੀ ਨਹੀਂ, ਪਾਣੀ ਸੰਭਾਲਿਆ ਨਹੀਂ, ਜਦੋਂ ਪਾਣੀ ਚਲਿਆ ਜਾਂਦਾ ਫਿਰ ਅਸੀਂ ਪਾਣੀ ਭਾਲਦੇ ਫਿਰਦੇ ਹੁੰਦੇ ਹਾਂ। ਇਹ ਜਿਹੜਾ ਹੜ੍ਹ ਹੈ ਲੋਕਾਂ ਦਾ, ਇਹਨੂੰ ਰਿਸਟੋਰ ਕਰਨ ਦੀ ਲੋੜ ਹੈ, ਚੈਨਲਾਈਜ਼ ਕਰਨ ਦੀ ਲੋੜ ਹੈ, ਇਹਦੇ ਬਾਰੇ ਸੋਚਣ ਦੀ ਲੋੜ ਹੈ, ਸਾਰਿਆਂ ਨੂੰ ਬੈਠ ਕੇ ਪਲਾਨ ਕਰਕੇ। ਮੈਂ ਤਿਆਰ ਹਾਂ, ਮੈਂ ਬਹੁਤ ਦੇਰ ਤੋਂ, ਮੈਂ ਕਿਸੇ ਹੋਰ ਵੀਡੀਓ ਤੋਂ ਦੱਸੂਗਾ ਕਿ ਮੈਂ ਕਿਹੜੇ ਬੰਦੇ ਨੂੰ ਕੀ ਮਸ਼ਵਰੇ ਦਿੰਦਾ ਰਿਹਾ ਔਰ ਕਿੰਨਾ ਜ਼ਿਆਦਾ ਮੈਂ ਇਹ ਤੇ ਸੋਚਿਆ। ਇਟ ਕੈਨ ਬੀ ਵਰਕਡ ਆਊਟ। ਔਰ ਇਹ ਜਿਹੜੇ ਲੋਕ ਪਹਿਲਾਂ ਤੋਂ ਹੁਣ ਤੱਕ, ਜਿਨ੍ਹਾਂ ਨੂੰ 73 ਸਾਲ ਤੋਂ ਟਾਈਮ ਦਿੱਤਾ ਗਿਆ, ਕਿੰਨੀ ਵਾਰੀ ਉਹ ਸੀਐਮ ਬਣੇ, ਉਹਨਾਂ ਦੀਆਂ ਪਾਰਟੀਆਂ ਸਰਕਾਰਾਂ ਬਣੀਆਂ, ਤੇ ਹੁਣ ਤਾਂ ਉਹਨਾਂ ਦੇ ਕੋਲ ਮੇਰਾ ਖਿਆਲ ਹੈ ਵੀ ਕੋਈ ਲੋਲੀਪੌਪ ਬਚਿਆ ਨਹੀਂ ਹੋਣਾ ਲੋਕਾਂ ਨੂੰ ਦੇਣ ਵਾਸਤੇ। ਤੇ ਜੇ ਫਿਰ ਵੀ ਲੋਕ ਉਹਨਾਂ ਨੂੰ ਹੀ ਚੁਣਦੇ, ਉਹਨਾਂ ਨਾਲ ਤੁਰਦੇ ਆ, ਉਹਨਾਂ ਦਾ ਬਹਿਸ਼ਕਾਰ ਨਹੀਂ ਕਰਦੇ, ਤੇ ਫਿਰ ਸਾਡੇ ਲੋਕ ਇਹ ਕੁਛ ਹੀ ਡਿਜ਼ਰਵ ਕਰਦੇ ਆ। ਮੈਂ ਅਕਸਰ ਕੋਈ ਸੱਜਣ ਮੇਰੇ ਕੋਲ ਆਏ ਤੇ ਉਹਨਾਂ ਨੂੰ ਮੈਂ ਗੱਲ ਕਰ ਰਿਹਾ ਸੀ ਵੀ ਕੀ ਇਹ ਪੋਲੀਟੀਸ਼ੀਅਨ ਸਾਨੂੰ ਮੂਰਖ ਸਮਝਦੇ ਆ? ਉਹ ਕਹਿੰਦੇ ਵੀ ਲੋਕ ਮੂਰਖ ਹੈ। ਫਿਰ ਬਾਰ-ਬਾਰ ਉਹਨਾਂ ਦੀ ਜੀ ਹਜ਼ੂਰੀ ਕਰਨਗੇ, ਉਹਨਾਂ ਨੂੰ ਹੀ ਵੋਟਾਂ ਪਾਉਣਗੇ। ਜਦੋਂ ਤੁਹਾਨੂੰ ਪਤਾ ਲੱਗ ਗਿਆ ਉਹ ਐਕਸਪੋਜ਼ ਹੋ ਗਏ, ਨੰਗੇ ਹੋ ਗਏ, ਹੁਣ ਤਾਂ ਰੁਕੋ ਬਈ, ਹੁਣ ਤਾਂ ਉਹਨਾਂ ਦਾ ਬਹਿਸ਼ਕਾਰ ਕਰੋ। ਉਹਨਾਂ ਨੇ ਕਹਾਣੀ ਕਰਤਾ। ਆ ਬਿਲਕੁਲ ਸਾਡੇ ਸਾਹਮਣੇ ਦੋਨਾਂ ਪਾਰਟੀਆਂ ਨੇ ਕੀ ਕੀਤਾ। ਆ ਜਿਹੜਾ 3 ਕਾਨੂੰਨ ਆਏ ਹੈ, ਇਹ ਤਾਂ ਇਹਨਾਂ ਦੋਨਾਂ ਦੀ ਮਿਲੀ ਭਗਤ ਨਾਲ ਆਏ ਹੈ। ਇਹ ਹੁਣ ਵਿਰੋਧ ਕਰਦੇ ਬੈਠੇ ਹੈਗੇ ਹੈ, ਪਹਿਲਾਂ ਕਿੱਥੇ ਗਏ ਸੀਗੇ? ਇਹਨਾਂ ਨੂੰ ਪਤਾ ਸੀ, ਇਹਨਾਂ ਦੀ ਜਾਣਕਾਰੀ ਦੇ ਵਿੱਚ ਸੀ।
ਤੇ ਇੰਤਜ਼ਾਰ ਕਿਸ ਚੀਜ਼ ਦਾ ਹੋ ਰਿਹਾ ਸੀਗਾ ਕਿ ਉਹ ਕਾਨੂੰਨ ਬਣ ਜਾਏ, ਉਹ ਤੋਂ ਬਾਅਦ ਵਿਰੋਧ ਕਰਾਂਗੇ। ਸੋ ਇਸ ਕਰਕੇ ਮੈਂ ਉਮੀਦ ਕਰਦਾ ਹੈ ਕਿ ਜਿਹੜੇ ਸਾਡੇ ਕੁਝ ਸੱਜਣਾਂ ਦੇ ਆਪਣੇ ਆਪਣੇ ਧੜੇ ਹੈ, ਜਿਹੜੇ ਸਾਡੇ ਕੋਈ ਲੀਡਰ ਸਾਹਿਬਾਨ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈਗਾ, ਉਹਨਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਜੇ ਉਹਨਾਂ ਦਾ ਅਹੰਕਾਰ, ਉਹਨਾਂ ਦੀ ਈਗੋ ਜਾਂ ਉਹਨੂੰ ਸੈਲਫ ਰਿਸਪੈਕਟ ਕਹਿ ਲਓ ਜਾਂ ਜੋ ਵੀ ਹੈ, ਜਿਵੇਂ ਉਹ ਸੱਜਣ ਨੇ ਕਿਹਾ ਜਿਹਨੇ ਉਹਨਾਂ ਨੂੰ ਮਿਲ ਕੇ ਕੋਸ਼ਿਸ਼ ਕੀਤੀ ਸੀ ਕਿ ਉਹ ਕਿੱਲਾ ਹੈ, ਉਹ ਜੋ ਵੀ ਹੈ, ਜੇ ਉਹਨਾਂ ਦਾ ਹੈ, ਮੇਰੇ ਕੋਈ ਕਿੱਲਾ ਨਹੀਂਗਾ। ਮੈਂ ਕਿਤੇ ਵੀ ਆ ਕੇ ਮੈਂ ਤੁਹਾਡੇ ਵਿਚਕਾਰ ਤੁਹਾਡੇ ਨਾਲ ਮਿਲ ਸਕਦਾ, ਆ ਕੇ ਮਿਹਨਤ ਕਰ ਸਕਦਾ ਹੈਗਾ ਕਿ ਅਜਿਹੇ ਮੌਕੇ ਬਾਰ-ਬਾਰ ਨਹੀਂ ਆਉਂਦੇਗੇ। ਇਹ ਮੌਕਾ ਸਾਨੂੰ ਗਵਾਉਣਾ ਨਹੀਂ ਚਾਹੀਦਾ। ਸਾਡਾ ਦਰਦ, ਸਾਡਾ ਭੈ, ਸਾਡੀ ਇਨਸਿਕਿਉਰਿਟੀ ਇੱਕ ਹੈ, ਉਹਨੇ ਸਾਨੂੰ ਜੋੜ ਦਿੱਤਾ ਹੈ। ਇਸ ਨੂੰ ਹੁਣ ਪ੍ਰੀਜ਼ਰਵ ਕਰੋ, ਰਿਸਟੋਰ ਕਰੋ, ਸੂਤਰਪਾਤ ਕਰੋ, ਪਲੈਨਿੰਗ ਕਰੋ, ਯੋਜਨਾ ਬਣਾ ਕੇ ਤੇ ਆਪਦੀ ਸਰਕਾਰ ਬਣਾ ਕੇ ਆਪਦੇ ਮੁਤਾਬਕ ਆਪਦੇ ਕਾਨੂੰਨ ਬਣਾਓ। ਉੱਥੇ ਦੰਦੀਆਂ ਚੜਾਉਣ ਨਾਲ, ਨਾਰੇ ਲਾਉਣ ਨਾਲ, ਉੱਥੇ ਜਾ ਕੇ ਕੋਈ ਬੰਦਾ ਸਟੇਜ ਤੇ ਖੜ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਉਂਦਾ ਹੈਗਾ, ਅੰਨਾ ਕੀ ਚਾਹੇ ਦੋ ਅੱਖਾਂ, ਸਰਕਾਰ ਨੂੰ ਹੋਰ ਕੀ ਚਾਹੀਦਾ ਤੁਹਾਡੀ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ। ਸੋ all these people should be very clear about it ਕਿ ਕਿਹੜਾ ਬੰਦਾ ਕੀ ਬੋਲਣ ਜਾ ਰਿਹਾ ਹੈਗਾ, ਔਰ ਉਹਨੂੰ ਨੇਗੇਟ ਕਰੋ। ਉੱਥੇ ਜੇ ਕੋਈ ਬੰਦਾ ਇਸ ਤਰ੍ਹਾਂ, ਤੁਹਾਡੀ ਮੂਵਮੈਂਟ ਹੀ ਹਾਈਜੈਕ ਹੋ ਜਾਣੀ ਹੈਗੀ ਹੈ, ਉਹਦੀ ਡਾਇਰੈਕਸ਼ਨ ਹੀ ਚੇਂਜ ਹੋ ਜਾਣੀ ਹੈਗੀ ਹੈ। ਉੱਥੇ ਤਾਂ ਉਹਨਾਂ ਦੇ ਬੰਦੇ ਫਿਰਦੇ ਹੋਣੇ ਆ, ਉਹਨਾਂ ਦੀ ਬੜੀਆਂ ਤਿਆਰੀਆਂ ਹੋਣੀਆਂ। ਤੁਸੀਂ ਉਹਨਾਂ ਦਾ ਮੁਕਾਬਲਾ ਕੂਟਨੀਤੀ ਦੇ ਵਿੱਚ, ਸ਼ਾਤਰਾਨਾ ਤਰੀਕਿਆਂ ਦੇ ਵਿੱਚ ਨਹੀਂ ਕਰ ਸਕਦੇਗੇ। ਸੋ ਉਹਨਾਂ ਦੇ ਬੰਦੇ ਬੈਠੇ, ਉਹਨਾਂ ਨੂੰ ਸਾਰੀਆਂ ਰਿਪੋਰਟਾਂ ਮਿਲ ਰਹੀਆਂ ਕੌਣ ਬੰਦਾ ਕੀ ਬੋਲ ਰਿਹਾ ਹੈਗਾ, ਤੇ ਕੱਲ ਨੂੰ ਉਹਨਾਂ ਦੇ ਬੰਦੇ ਤੁਹਾਡੇ ਵਿੱਚ ਵੜ ਕੇ ਤੁਹਾਨੂੰ ਪਾੜ ਸਕਦੇ ਆ। ਰੋਜ਼ ਮੈਂ ਖਬਰਾਂ ਸੁਣਦਾ ਰਹਿੰਦਾ ਹੈਗਾ ਕਿ ਉਹਦੇ ਬਾਰੇ ਉੱਥੇ ਬੈਠਾ, ਉਹ ਉੱਥੇ ਬੈਠਾ। ਜਿਵੇਂ ਮਖੂਰਾ ਨੇ ਕਿਹਾ ਵੀ ਭਾਈ ਜਦੋਂ ਮੁੱਦਾ ਇੱਕ ਹੈ, ਜਦੋਂ ਟਾਰਗੇਟ ਇੱਕ ਹੈ, ਤੇ ਫਿਰ ਤਿੰਨ ਜਗ੍ਹਾ ਤੇ ਮੋਰਚੇ ਕਿਵੇਂ ਆ? ਇਹ ਇੱਕ ਹੋਣਾ ਚਾਹੀਦਾ ਹੈਗਾ। ਅੱਡੋ ਅੱਡੀ ਕਿਵੇਂ ਬੈਠੇ ਹੋ? ਜੇ ਅੱਡੋ ਅੱਡੀ ਬੈਠੇ ਵੀ ਹੋ, ਠੀਕ ਹੈ, ਤੁਸੀਂ ਆਪਣੀ ਪ੍ਰੈਜ਼ੈਂਸ ਵਿਖਾਉਣੀ ਹੈ, ਪਰ ਤੁਹਾਨੂੰ ਇੱਕ ਸਟੇਜ ਤੇ ਇਕੱਠੇ ਹੋਣਾ ਚਾਹੀਦਾ ਹੈਗਾ। ਉਹੀ ਤੁਹਾਡੀ ਸਟਰੈਂਥ ਹੈ। ਜਿਹੜੀ ਤੁਹਾਡੀ ਸਟਰੈਂਥ ਹੈ, ਤੁਸੀਂ ਸ਼ੁਰੂਆਤ ਕੀਤੀ ਹੈ 31 ਸੀ, ਫਿਰ 30 ਰਹਿ ਗਏ, ਚਲੋ ਚੰਗਾ ਕੀਤਾ। ਜਿਹੜਾ ਦਾਗੀ ਸੀ ਉਹਨੇ ਪਹਿਲਾਂ ਕੱਢਤਾ, ਫਿਰ 29 ਰਹਿ ਗਏ। ਉਹ ਇੱਕ ਮਿਸਟਰ ਲਾਲੀ ਹੈ, ਇਹਨਾਂ ਸਟੇਜ ਸਕੱਤਰ ਸੀ, ਉਹ ਛੱਡ ਕੇ ਚਲੇ ਗਏ। ਇਹ ਚੰਗੇ ਸੰਕੇਤ ਨਹੀਂ ਹੈ। ਜੇ ਕਿਸੇ ਬੰਦੇ ਦੀ ਗੱਲ ਸਮਝ ਨਹੀਂ ਆ ਰਹੀ ਹੈ, ਜੇ ਕਿਸਾਨ ਆਪਦੇ ਲੈਵਲ ਤੇ ਆਪਦਾ ਕੰਮ ਚਲਾਉਣਾ ਚਾਹੁੰਦੇ ਹੈ, ਤੇ ਉਹਨਾਂ ਨਾਲ ਗੱਲ ਕਰਨ ਦੀ ਲੋੜ ਹੈ ਬੈਠ ਕੇ ਕਿ ਜੋ ਤੁਸੀਂ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ, ਤੇ ਜੋ ਅਸੀਂ ਕਰ ਸਕਦੇ ਹਾਂ ਤੁਸੀਂ ਨਹੀਂ ਕਰ ਸਕਦੇ। ਹਰ ਆਦਮੀ ਦੀ ਆਪਣੀ ਇੱਕ ਅਹਿਮੀਅਤ ਹੈ। ਰੱਬ ਨੇ ਹਰ ਆਦਮੀ ਨੂੰ ਇੱਕ ਵੱਖਰੀ ਯੋਗਤਾ ਦੇ ਕੇ ਭੇਜਿਆ। ਜਿੱਥੇ ਸੂਈ ਕੰਮ ਆਉਣੀ ਉੱਥੇ ਕਿਰਪਾਨ ਨੇ ਕੰਮ ਨਹੀਂ ਹੋਣਾ, ਜਿੱਥੇ ਕਿਰਪਾਨ ਕੰਮ ਆਉਣੀ ਤੇ ਸੂਈ ਨਹੀਂ ਕੰਮ ਆਉਣੀ। ਬੇਸ਼ੱਕ ਸੂਈ ਛੋਟੀ ਜੀ ਹੈ ਪਰ ਉਹ ਜੋੜਦੀ ਹੈ। ਤੇ ਇਸ ਕਰਕੇ ਮਿਲ ਕੇ, ਮੈਨੂੰ ਨਹੀਂ ਪਤਾ ਕਿ ਕਿਸ ਲੈਵਲ ਤੇ ਪਹੁੰਚੇ, ਕੀ ਕਰ ਰਹੇ ਆ, ਪਰ ਮੈਨੂੰ ਬਹੁਤ ਦੁੱਖ ਹੈ, ਬਹੁਤ ਕੰਸਰਨ ਹੈ। ਇਸ ਮਿੱਟੀ ਨਾਲ ਮੇਰਾ ਜੁੜਾਅ ਹੈ। ਮੈਂ ਕਿਸਾਨ ਦਾ ਪੁੱਤ ਹੈ, ਮੈਂ ਇੱਕ ਜ਼ਿੰਮੇਦਾਰ ਨਾਗਰਿਕ ਹਾਂ, ਇੱਕ ਕਲਾਕਾਰ ਹਾਂ, ਇੱਕ ਸਮਾਜ ਸੇਵਕ ਹਾਂ, ਮੈਂ ਇੱਕ ਅਧਿਆਤਮਿਕ ਪ੍ਰੇਰਕ ਵੀ ਹਾਂ। ਤੇ ਹੁਣ ਤੱਕ ਤਾਂ ਮੈਂ ਉਹਦੇ ਉੱਤੇ ਲੱਗਿਆ ਰਿਹਾ, ਪਰ ਮੈਨੂੰ ਲੱਗਿਆ ਕਿ ਨਹੀਂ, ਇਸ ਹਾਈ ਟਾਈਮ ਵੀ ਆਲ ਸ਼ੁੱਡ ਗੈਟ ਟੂਗੇਦਰ ਨਾਓ। ਅਪਰੋਚ ਕਰੋ ਇੱਕ ਦੂਜੇ ਨੂੰ, ਉਹਨਾਂ ਗੱਲ ਕਰੋ, ਬੈਠ ਕੇ ਮੀਟਿੰਗ ਕਰੋ, ਡਿਸਕਸ ਕਰੋ, ਤਾਂ ਕਿ ਉਹਦੇ ਚੋਂ ਕੁਝ ਨਿਕਲੇ, ਅੱਗੇ ਪਲਾਨ ਬਣੇ। ਅਦਰਵਾਈਜ਼ ਸਿਰਫ ਉੱਥੇ ਜਾ ਕੇ ਸਟੇਜ ਤੇ ਬੋਲ ਕੇ ਆ ਜਾਣਾ ਕਿ ਇੱਕ ਰਹੋ, ਪਾੜ ਨਾ ਜਾਇਓ, ਵਿਕ ਨਾ ਜਾਇਓ, ਤੇ ਮੁੜ ਕੇ ਆਪਾਂ ਆਪਣੇ ਘਰੇ ਆ ਜਾਈਏ। ਨਹੀਂ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ। ਜੇ ਇਸ ਵਾਰ ਇਹ ਪੰਜਾਬ ਦੀ ਗੈਰਤ, ਪੰਜਾਬ ਦੀ ਅਣਖ ਦੀ ਗੱਲ ਹੈ, ਸਾਡੇ ਵਜੂਦ ਦੀ ਗੱਲ ਹੈ। ਤੇ ਜੇ ਹੁਣ ਵੀ ਅਸੀਂ ਸਾਰੇ ਇਕੱਠੇ ਨਾ ਹੋਏ, ਤੇ ਮੇਰਾ ਖਿਆਲ ਹੈ ਉਦੋਂ ਮੁੜ ਕੇ ਕੋਈ ਮੌਕਾ ਆਉਣਾ ਨਹੀਂਗਾ। ਆਪਣੀ ਜ਼ਿੰਦਗੀ ਤਾਂ ਨਹੀਂ ਆਉਣਾ, ਕਿਉਂਕਿ ਕੋਈ ਵੀ ਮੂਵਮੈਂਟ ਜਦੋਂ ਫਲॉप ਹੁੰਦੀ ਹੈ, ਉਹਨੂੰ ਦੁਬਾਰਾ ਰਿਵਾਈਵ ਕਰਦੇ, ਦੁਬਾਰਾ ਆਉਣ ਦੇ ਵਿੱਚ ਘੱਟੋ ਘੱਟ 25, 30, 35 ਸਾਲ ਲੱਗ ਜਾਂਦੇ ਹੈਗੇ। ਲੋਕ ਟੁੱਟ ਜਾਂਦੇ ਆ, ਨੁਕਸਾਨ ਇੰਨਾ ਹੋ ਜਾਂਦਾ ਹੈਗਾ। ਸੋ ਇਸ ਕਰਕੇ ਜੋਸ਼ ਦੇ ਨਾਲ ਹੋਸ਼, ਕਾਨੂੰਨ ਨੂੰ ਨਜ਼ਰ 'ਚ ਰੱਖਦੇ ਹੋਏ, ਡੈਮੋਕ੍ਰੇਸੀ ਦੀਆਂ ਜਿਹੜੀਆਂ ਪਾਲਿਸੀਆਂ, ਜੋ ਸਾਡੇ ਅਧਿਕਾਰ ਹੈ, ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਹੀ ਸਦੇ ਹੋਏ ਤਰੀਕੇ ਨਾਲ, ਸੰਯਮ ਦੇ ਨਾਲ, ਇੰਟੈਲੀਜੈਂਸ ਦੇ ਨਾਲ, ਦਿਮਾਗ ਲਾ ਕੇ, ਪਲੈਨਿੰਗ ਦੇ ਨਾਲ ਅੱਗੇ ਵਧਣਾ ਹੈਗਾ, ਤਾਂ ਕਿ ਅਸੀਂ ਮਾਤ ਨਾ ਖਾਈਏ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਉਹਨਾਂ ਲੀਡਰ ਸਾਹਿਬਾਨ ਨੂੰ, ਤੇ ਸਾਡੇ ਕਿਸਾਨ ਭਰਾਵਾਂ ਨੂੰ, ਸਾਡੇ ਕਲਾਕਾਰ ਭਰਾਵਾਂ ਨੂੰ, ਜਿਨ੍ਹਾਂ ਦੇ ਮਤਭੇਦ ਛੋਟੇ ਮੋਟੇ ਹੁੰਦੇ ਰਹਿੰਦੇ ਹੈਗੇ ਆ, ਤੇ ਉਹਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਆ, ਪਰ ਅੱਡੋ ਅੱਡੀ ਜਾ ਕੇ ਆਪਦਾ ਬੋਲ ਦਿੰਦੇ ਇੱਕ ਸਟੇਜ ਤੇ ਨਜ਼ਰ ਨਹੀਂ ਆਉਂਦੇ। ਉਹ ਚੰਗਾ ਸੰਕੇਤ ਨਹੀਂ ਹੈ। ਉਹ ਕੋਸ਼ਿਸ਼ ਕਰਨਗੇ ਤੇ ਵਿਚਾਰ ਕਰਨ ਦੀ, ਇਹਦੇ ਬਾਰੇ ਸੋਚਣ ਦੀ, ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਸੰਪਰਕ ਕਰਨ ਦੀ, ਤਾਂ ਕਿ ਆਪਾਂ ਸਾਰੇ ਬੈਠ ਕੇ ਕੋਈ ਪ੍ਰੋਗਰਾਮ ਅਗਲਾ ਉਲੀਕੀਏ, ਕੋਈ ਰਣਨੀਤੀ ਬਣਾਈਏ ਜਿਹੜੀ ਸਾਰਥਕ ਰਣਨੀਤੀ ਹੋਵੇ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। सत श्री अकाल। मंगल ढिल्लोन चैनल एक ऐसा चैनल जो आपका जीवन बदल सकता है, जैसे अब तक बहुतों का जीवन बदल चुका है। मंगल ढिल्लोन चैनल।